ਜੇ ਕਰੁਣਾ ਤੇ ਜਤਨ ਮੈਂ ਅਗਨ ਸਪਰਸ਼ ਨਾ ਹੋਏ। ਜਨਮਤਿ ਪੁਨ ਜਗ ਰਚਿਓ ਹਿਰਦੈ ਪਸਾਰਿਓ ਸੋਏ। ਦੋਹਰਾ ਜੇ ਕਰੁਣਾ ਤੇ ਜਤਨ ਮੈਂ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਨਮਾਨਯੋਗ ਸਤਿਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ, ਚਾਵਰ ਛਤਰ ਤਖਤ ਦੇ ਮਾਲਕ, ਦਸਾਂ ਪਾਤਸ਼ਾਹੀਆਂ ਦੀ ਆਤਮਿਕ ਜੋਤ, ਜੁਗੋ ਜੁਗ ਅਟਲ। ਧੰਨ ਧੰਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਚਰਨਾਂ ਕਮਲਾਂ ਵਿਖੇ ਜੁੜ ਬੈਠਣ ਦਾ ਸੁਭਾਗ ਸਮਾਂ ਗਰੀਬ ਨਵਾਜ ਪਾਤਸ਼ਾਹ ਜੀ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਸ਼ਹੀਦ ਬਾਬਾ ਨਿਹਾਲ ਸਿੰਘ ਜੀ ਨਗਰ ਤਲਣ ਵਿਖੇ ਆਪਾਂ ਨੂੰ ਪ੍ਰਾਪਤ ਹੋ ਰਿਹਾ ਹੈ। ਸੰਧਿਆ ਦੇ ਸਜੇ ਹੋਏ ਦੀਵਾਨਾਂ ਵਿੱਚ ਰੱਬੀ ਬਾਣੀ ਦੇ ਕੀਰਤਨ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਸਤਿਗੁਰਾਂ ਦੇ ਇਤਿਹਾਸ ਦੀ ਲੜੀਵਾਰ ਕਥਾ ਵਿੱਚ ਜੁੜ ਬੈਠ ਕੇ ਲਾਹਾ ਪ੍ਰਾਪਤ ਕਰਨ ਦਾ ਵੇਲਾ ਆਇਆ ਹੈ। ਆਓ ਬੜੇ ਪਿਆਰ ਦੇ ਨਾਲ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਇਕਾਗਰਤਾ ਦੇ ਸਹਿਤ ਜੁੜ ਕੇ ਬੈਠੀਏ। ਸਤਿਗੁਰੂ ਜੀ ਦਾ ਸ੍ਰੀ ਗੁਰੂ ਨਾਨਕ ਪ੍ਰਕਾਸ਼ ਜੋ ਸੁੰਦਰ ਜੀਵਨ ਭਾਈ ਸੰਤੋਖ ਸਿੰਘ ਜੀ ਚੂੜਾਮਣੀ ਕਵੀ ਨੇ ਸੁੰਦਰ ਛੰਦਾਬੰਦੀ ਵਿੱਚ ਵੱਖ-ਵੱਖ ਕਾਵਿ ਵੰਨਗੀਆਂ ਦੇ ਵਿੱਚ ਵਰਣਨ ਕੀਤਾ ਹੈ। ਤਿਸ ਗ੍ਰੰਥ ਦੇ ਵਿੱਚੋਂ ਆਪਾਂ ਆਰੰਭਤਾ ਦੇ ਮੰਗਲ ਜੋ ਕਵੀਆਂ ਦਾ ਧਰੁਵਾ ਬੰਨ੍ਹਿਆ ਹੋਇਆ ਨਿਯਮ ਹੈ, ਮਰਿਆਦਾ ਬੰਨ੍ਹੀ ਹੋਈ ਹੈ, ਉਸ ਦੇ ਮੁਤਾਬਕ ਕਵੀ ਜੀ ਕਰ ਰਹੇ ਹਨ। ਪਹਿਲਾਂ ਆਪਣੇ ਇਸ਼ਟ ਦੇਵ ਦਾ ਮੰਗਲ ਕੀਤਾ, ਅਕਾਲ ਪੁਰਖ ਵਾਹਿਗੁਰੂ ਜੀ ਦਾ। ਫਿਰ ਵਿਦਿਆ ਦੀ ਦਾਤੀ ਸਰਸਵਤੀ ਦਾ ਮੰਗਲ ਕਰਨ ਦੇ ਨਾਲ ਹੀ ਕਵੀ ਜੀ ਨੇ ਦੁਬਾਰਾ ਤੋਂ ਆਪਣਾ ਇਸ਼ਟਾ ਭਾਵ ਜਣਾਉਂਦਿਆਂ ਹੋਇਆਂ ਬਿਲਕੁਲ ਸਪਸ਼ਟ ਕਰਦਿਆਂ ਹੋਇਆਂ ਕਿ ਮੈਂ ਗੁਰੂ ਕਾ ਅੰਮ੍ਰਿਤਧਾਰੀ ਸਿੰਘ ਹਾਂ, ਦਸੇ ਪਾਤਸ਼ਾਹੀਆਂ ਦੇ ਮੰਗਲ ਕੀਤੇ ਹਨ। ਉਸ ਤੋਂ ਉਪਰੰਤ ਗੁਰੂ ਰੂਪ ਪੰਜਾਂ ਪਿਆਰਿਆਂ ਪਾਸੋਂ ਗੁਰੂ ਕੀ ਹਾਜ਼ਰ ਹਜ਼ੂਰੀ ਵਿੱਚ ਅੰਮ੍ਰਿਤ ਪਾਨ ਕਰਨ ਵੇਲੇ ਦੱਸੀ ਗਈ ਰਹਿਤ ਮਰਿਆਦਾ ਦੇ ਮੁਤਾਬਕ ਜੋ ਕਵੀ ਭਾਈ ਸੰਤੋਖ ਸਿੰਘ ਜੀ ਨੂੰ ਵਾਹਿਗੁਰੂ ਮੰਤਰ ਦੀ ਪ੍ਰਾਪਤੀ ਹੋਈ ਹੈ, ਨਾਮ ਦੀ ਪ੍ਰਾਪਤੀ ਹੋਈ ਹੈ, ਉਸ ਨਾਮ ਦੀ ਮਹਿਮਾ ਦੱਸੀ ਹੈ, ਵਾਹਿਗੁਰੂ ਮੰਤਰ ਦਾ ਖੁਲਾਸਾ ਕੀਤਾ ਹੈ। ਇਸੇ ਪ੍ਰਕਾਰ ਇਹ ਵਾਹਿਗੁਰੂ ਨਾਮ ਨੂੰ ਵੱਖ-ਵੱਖ ਯੁੱਗਾਂ ਦੇ ਵਿੱਚ ਜਿਨ੍ਹਾਂ ਸੰਤਾਂ, ਭਗਤਾਂ, ਗੁਰਸਿੱਖਾਂ, ਸਾਧੂ, ਮਹਾਤਮਾ, ਰਿਖੀਆਂ, ਮੁਨੀਆਂ, ਦੇਵੀ ਦੇਵਤਿਆਂ, ਅਵਤਾਰਾਂ ਨੇ ਜਪਿਆ, ਉਹਨਾਂ ਦੀ ਮਹਿਮਾ ਆਪਾਂ ਬੀਤੇ ਕੱਲ੍ਹ ਸਰਵਣ ਕਰ ਚੁੱਕੇ ਹਾਂ। ਇਸ ਤੋਂ ਉਪਰੰਤ ਕਵੀ ਜੀ ਨਾਮ ਦੀ ਮਹਿਮਾ ਕੁਝ ਹੋਰ ਕਹਿ ਕੇ ਫਿਰ ਵਾਹਿਗੁਰੂ ਮੰਤਰ ਦਾ ਖੁਲਾਸਾ ਕਰਨਗੇ, ਵਾਹਿਗੁਰੂ ਮੰਤਰ ਦਾ ਵਿਸਥਾਰ ਕਰਨਗੇ ਕਿ ਵਾਹਿਗੁਰੂ ਮੰਤਰ ਕਿਹੜੇ-ਕਿਹੜੇ ਅੱਖਰਾਂ ਦਾ ਸੁਮੇਲ ਹੈ ਔਰ ਕਿਸ ਨਾਮ ਦੇ ਵਿੱਚੋਂ ਇਹ ਅੱਖਰ ਲਏ ਗਏ ਹਨ, ਇਹਦੇ ਜਪਣ ਦਾ ਮਹੱਤਮ ਕੀ ਹੈ। ਇਹ ਸਾਰੀ ਕਥਾ ਆਪਾਂ ਅੱਜ ਦੇ ਦੀਵਾਨ ਵਿੱਚ ਸਰਵਣ ਕਰਾਂਗੇ। ਆਓ ਬੜੇ ਪਿਆਰ ਦੇ ਨਾਲ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਰੌਲੇ ਰੱਪੇ ਤੋਂ ਸੰਕੋਚ ਕਰਦੇ ਹੋਏ ਕਿਸੇ ਦੇ ਵੀ ਬੋਲਣ ਦੀ ਆਵਾਜ਼ ਸਟੇਜ ਤੱਕ ਨਾ ਆਵੇ। ਜੇ ਕੋਈ ਗੱਲਬਾਤ ਜ਼ਰੂਰੀ ਹੋਵੇ ਕਰਨੀ ਤੇ ਆਪਸ ਵਿੱਚ ਨੇੜੇ ਹੋ ਕੇ ਹੌਲੀ ਆਵਾਜ਼ ਵਿੱਚ ਕਰ ਸਕਦੇ ਹੋ, ਤਾਂ ਕਿ ਦੂਜੇ ਜਿਹੜੇ ਸੰਗਤ ਵਿੱਚ ਬੈਠੇ ਸਰੋਤੇ ਹੈ, ਕਥਾ ਨੂੰ ਧਿਆਨ ਨਾਲ ਸੁਣ ਰਹੇ ਹੈ, ਉਹਨਾਂ ਦੇ ਰਸ ਵਿੱਚ ਕਿਸੇ ਪ੍ਰਕਾਰ ਦਾ ਵਿਘਨ ਨਾ ਪਵੇ। ਇਸ ਕਰਕੇ ਆਓ ਮਨ ਬਿਰਤੀਆਂ ਨੂੰ ਇਕਾਗਰ ਕਰਕੇ ਗੁਰੂ ਕੀ ਕਥਾ ਦੇ ਨਾਲ ਮਨ ਜੋੜੀਏ ਜੀ। ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ
ਜਿਹ ਕਰਨਾ ਤੇ ਡਠਰ ਮੈਂ। ਭਾਈ ਸੰਤੋਖ ਸਿੰਘ ਜੀ ਕਹਿ ਰਹੇ ਹੈ, ਆਪਣੇ ਮਨ ਨੂੰ ਸੰਬੋਧਨ ਕਰਕੇ ਜਾਂ ਇਸ ਜੀਵ ਨੂੰ ਸੰਬੋਧਨ ਹੋ ਕੇ, ਆਪਣੇ ਆਪੇ ਨੂੰ ਸੰਬੋਧਨ ਹੋ ਕੇ। ਤਿੰਨ ਪ੍ਰਕਾਰ ਦੇ ਵਕਤੇ ਹੁੰਦੇ ਆ ਖਾਲਸਾ ਜੀ। ਇੱਕ ਤਾਂ ਹੈ ਉੱਤਮ ਵਕਤਾ, ਦੂਜਾ ਹੈ ਮੱਧਮ ਵਕਤਾ, ਤੀਜਾ ਹੈ ਕਨਿਸ਼ਟ ਵਕਤਾ। ਉੱਤਮ ਵਕਤਾ ਉੱਤਮ ਵਿਖਿਆਨ ਕਰਨ ਵਾਲਾ, ਉੱਤਮ ਉਪਦੇਸ਼ ਕਰਨ ਵਾਲਾ। ਇਸ ਕਿਸਮ ਦਾ ਜਿਹੜਾ ਵਕਤਾ ਹੈ, ਉਹਨੇ ਉਪਦੇਸ਼ ਦੂਜਿਆਂ ਨੂੰ ਕਰਨਾ ਹੁੰਦਾ ਹੈ, ਪਰ ਸੰਬੋਧਨ ਆਪਣੇ ਆਪ ਨੂੰ ਜਾਂ ਆਪਣੇ ਮਨ ਨੂੰ ਕਰਦਾ ਹੈ। ਉਪਦੇਸ਼ ਸਾਰਿਆਂ ਵਾਸਤੇ ਸਾਂਝਾ ਹੁੰਦਾ, ਪਰ ਸਾਧਨ ਕੀ ਵਰਤਦਾ ਹੈ? ਉਹ ਆਪਣੇ ਮਨ ਨੂੰ ਸਮਝਾਉਂਦਾ ਹੋਇਆ ਦੂਜਿਆਂ ਦੇ ਮਨ ਨੂੰ ਸਮਝਾ ਜਾਂਦਾ। ਜਿਵੇਂ ਸਤਿਗੁਰੂ ਸਾਹਿਬ ਜੀ ਦੀ ਬਾਣੀ ਵਿੱਚ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਦਾ ਸ਼ਬਦ ਆਉਂਦਾ ਹੈ, ਰੇ ਮਨ ਕੌਣ ਕੁਮਤ ਤੈਂ ਲੀਨੀ, ਪਰ ਦਾਰਾ ਨਿੰਦਿਆ ਰਸ ਰਚਿਓ, ਰਾਮ ਭਗਤ ਨਹਿ ਕੀਨੀ। ਹੁਣ ਗੁਰੂ ਮਹਾਰਾਜ ਦਾ ਮਨ ਤਾਂ ਨਹੀਂ ਪਰਾਏ ਤਨ ਪਰਾਏ ਧਨ ਦੇ ਉੱਤੇ ਲੁਭਾਏਮਾਨ ਹੁੰਦਾ ਸੀ। ਗੁਰੂ ਮਹਾਰਾਜ ਦੇ ਮਨ ਨੇ ਤਾਂ ਨਹੀਂ ਕੋਈ ਕੁਮਤ ਧਾਰਨ ਕੀਤੀ ਹੋਈ ਸੀ। ਉਹ ਤਾਂ ਸਮੱਤ ਅੱਗੇ ਬਖਸ਼ਣ ਵਾਲੇ ਆ, ਸਮਰੱਥ ਦਾਤੇ ਹੈ, ਪਰ ਸੰਬੋਧਨ ਆਪਣੇ ਮਨ ਨੂੰ ਕੀਤਾ। ਉੱਤਮ ਵਕਤੇ ਬਣ ਕੇ ਉਪਦੇਸ਼ ਸਾਰੀ ਮਨੁੱਖਤਾ ਨੂੰ, ਸਾਰੀ ਕਾਇਨਾਤ ਨੂੰ, ਸਾਰੀ ਲੋਕਾਈ ਨੂੰ ਬਖਸ਼ਿਸ਼ ਕਰ ਦਿੱਤਾ ਹੈ। ਇਸ ਪ੍ਰਕਾਰ ਦੇ ਜਿਹੜੇ ਵਕਤੇ ਹੁੰਦੇ ਆ, ਉਹਨਾਂ ਨੂੰ ਉੱਤਮ ਵਕਤਾ ਕਿਹਾ ਜਾਂਦਾ। ਦੂਜਾ ਹੁੰਦਾ ਮੱਧਮ ਵਕਤਾ, ਜਿਹੜਾ ਕਿਸੇ ਨੂੰ ਸਾਹਮਣੇ ਸੰਬੋਧਨ ਹੋ ਕੇ ਨਾਮ ਲੈ ਕੇ ਉਹਦਾ ਆਖੇ ਵੀ ਆ ਫਲਾਣਿਆ ਆ ਗੱਲ ਤੇਰੇ ਵਾਸਤੇ ਕਹੀ ਹੈ। ਉਹ ਹੁੰਦਾ ਮੱਧਮ, ਵਿਚਕਾਰਲੇ ਪੱਧਰ ਦਾ, ਮੀਡੀਅਮ ਲੈਵਲ ਦਾ, ਜਿਹੜਾ ਉਹ ਸਪੋਕਸਮੈਨ ਹੋਏਗਾ, ਬੁਲਾਰਾ ਹੋਏਗਾ, ਵਕਤਾ ਹੋਏਗਾ। ਇਸੇ ਪ੍ਰਕਾਰ ਤੀਜੀ ਪ੍ਰਕਾਰ ਦਾ ਜਿਹੜਾ ਵਕਤਾ ਹੁੰਦਾ ਖਾਲਸਾ ਜੀ, ਉਹ ਹੈ ਕਨਿਸ਼ਟ ਵਕਤਾ, ਜਿਹਨੇ ਉਪਦੇਸ਼ ਤਾਂ ਦੇਣਾ ਹੈ ਚੰਗਾ, ਗੱਲ ਤਾਂ ਕਰਨੀ ਹੈ ਸਾਡੇ ਭਲੇ ਦੀ, ਪਰ ਉਹਨੂੰ ਪ੍ਰੇਮ ਪੂਰਵਕ ਨਾ ਆਖੇ, ਉਹਨੂੰ ਸਾਨੂੰ ਡਰਾ ਧਮਕਾ ਕੇ ਕਹੇ। ਹੁਣ ਮੰਨ ਲਓ ਸ਼ਰਾਬ ਪੀਣੀ ਮਾੜੀ ਹੈ, ਇਸ ਗੱਲ ਨੂੰ ਕਹਿਣ ਵਾਸਤੇ ਇੱਕ ਉਦਾਹਰਨ ਲਓ। ਸ਼ਰਾਬ ਪੀਣੀ ਮਾੜੀ ਹੈ, ਇਹ ਸਮਝਾਉਣ ਵਾਸਤੇ ਕੋਈ ਕਿਸੇ ਨੂੰ ਡਰਾਵੇ ਧਮਕਾਵੇ ਵੀ ਜੇ ਤੈਂ ਸ਼ਰਾਬ ਪੀਤੀ ਤੇਰਾ ਮੈਂ ਸੋਧਾ ਲਾ ਦੂੰਗਾ, ਜੇ ਤੈਂ ਤੰਬਾਕੂ ਵਰਤਿਆ ਆ ਮਾਰ ਕੇ ਤਲਵਾਰ ਤੇਰਾ ਗਲ ਜਿਹੜਾ ਧੜ ਦੇ ਨਾਲ ਵੱਖਰਾ ਕਰ ਦੂੰਗਾ। ਸਮਝਾ ਤਾਂ ਰਿਹਾ ਉਹਦੇ ਭਲੇ ਵਾਸਤੇ, ਪਰ ਉਹਨੂੰ ਕਨਿਸ਼ਟ ਵਕਤਾ, ਬਿਲਕੁਲ ਲੋ ਪੱਧਰ ਦਾ, ਲੋ ਲੈਵਲ ਦਾ ਵਕਤਾ ਕਿਹਾ ਜਾਵੇਗਾ। ਪਰ ਕਵੀ ਜੀ ਇੱਥੇ ਉੱਤਮ ਵਕਤੇ ਬਣ ਕੇ ਆਪਣੇ ਆਪੇ ਨੂੰ ਸੰਬੋਧਨ ਕਰਕੇ, ਆਪਣੇ ਮਨ ਨੂੰ ਸੰਬੋਧਨ ਕਰਕੇ ਉੱਤਮ ਵਕਤਾ ਹੋਣ ਦੀ ਜਿਹੜੀ ਪ੍ਰਵਿਰਤੀ ਨੂੰ, ਮਰਿਆਦਾ ਨੂੰ, ਰਵਾਇਤ ਨੂੰ ਨਿਭਾਉਂਦੇ ਹੋਏ ਕਹਿ ਰਹੇ ਹਨ, ਜਿਹ ਕਰਨਾ ਤੇ ਜਠਰ ਮਹਿ। ਹੇ ਮੇਰਿਆ ਮਨਾ, ਹੇ ਭਾਈ ਸੰਤੋਖ ਸਿੰਘਾ, ਜਿਸ ਵਾਹਿਗੁਰੂ ਦੀ ਕਰੁਣਾ ਕਹੀਏ ਕਿਰਪਾ ਦੇ ਨਾਲ ਜਠਰ ਅਗਨ ਮੈਂ, ਜਠਰ ਨਾਮ ਹੈ ਪੇਟ ਦਾ, ਪੇਟ ਦੇ ਵਿੱਚ ਜਿਹੜੀ ਅਗਨੀ ਹੁੰਦੀ ਆ, ਮਾਤਾ ਦੇ ਉਦਰ ਦੀ ਜਿਹੜੀ ਅਗਨੀ ਹੈ, ਜਠਰਾ ਅਗਨੀ ਹੈ, ਉਸ ਦੇ ਵਿੱਚ ਅਗਨ ਸਪਰਸ਼ ਨਾ ਹੋਈ। ਆ ਜਦੋਂ ਤੂੰ ਮਾਤਾ ਦੇ ਪੇਟ ਵਿੱਚ ਆ ਕੇ ਨਿਵਾਸ ਲਿਆ ਤੇ ਅਗਨੀ ਨੇ ਤੈਨੂੰ ਸਪਰਸ਼ ਵੀ ਨਾ ਕੀਤਾ, ਪੋਹੀ ਵੀ ਨਾ, ਅੱਗ ਨੇ ਤੈਨੂੰ ਸੇਕ ਨਾ ਲਾਇਆ, ਤੇਰੇ ਸਰੀਰ ਦੇ ਉੱਤੇ ਕੋਈ ਅੱਗ ਦਾ ਦਾਗ ਨਹੀਂ ਪਿਆ, ਸੜੇ ਦਾ, ਮੱਚੇ ਦਾ, ਜਲੇ ਬਲੇ ਦਾ ਕੋਈ ਦਾਗ ਨਹੀਂ ਹੈ। ਮਾਤਾ ਦੇ ਪੇਟ ਵਿੱਚ ਜਿਹੜੀ ਅਗਨੀ ਹੈ, ਜਠਰਾ ਅਗਨੀ ਆਪਾਂ ਕਹਿੰਦੇ ਆ, ਕਿਸੇ ਨੂੰ ਖਾਧਾ ਪੀਤਾ ਹਜ਼ਮ ਨਾ ਹੋਵੇ ਨਾ, ਡਾਕਟਰ ਕੋਲੇ ਜਾਵੇ ਤੇ ਡਾਕਟਰ ਕਹਿੰਦਾ ਬਈ ਤੇਰੇ ਪੇਟ ਦੀ ਜਿਹੜੀ ਜਠਰਾ ਅਗਨੀ ਮੱਧਮ ਪੈ ਗਈ ਹੈ, ਇਸ ਕਰਕੇ ਖਾਧਾ ਪੀਤਾ ਹਜ਼ਮ ਨਹੀਂ ਹੋ ਰਿਹਾ, ਤੇਜ਼ਾਬ ਬਣ ਰਿਹਾ, ਗੈਸ ਬਣ ਰਹੀ ਆ, ਮਤਲਬ ਜਠਰਾ ਅਗਨੀ ਮੱਧਮ ਪੈ ਗਈ। ਔਰ ਇਹ ਜਠਰਾ ਅਗਨੀ ਕਿੰਨੀ ਸਟਰੋਂਗ ਹੁੰਦੀ ਆ, ਕਿੰਨੀ ਤਾਕਤਵਰ ਹੁੰਦੀ ਹੈ, ਕਿੰਨੀ ਤੇਜ਼ ਹੁੰਦੀ ਆ। ਸਾਧ ਸੰਗਤ ਜੀ, ਅਸੀਂ ਜੋ ਵੀ ਕੁਝ ਖਾਂਦੇ ਹਾਂ, ਪੀਂਦੇ ਹਾਂ, ਸਾਡੇ ਪੇਟ ਵਿੱਚ ਸਾਹ ਨਾਲੀ, ਭੋਜਨ ਨਾਲੀ ਦੇ ਰਾਹੀਂ ਅੰਦਰ ਜਾਂਦਾ, ਤੇ ਭੋਜਨ ਨਾਲੀ ਦੇ ਰਾਹੀਂ ਅੰਦਰ ਗਿਆ ਹੋਇਆ ਉਹ ਸਾਡਾ ਖਾਧਾ ਹੋਇਆ ਫੂਡ, ਖਾਧਾ ਹੋਇਆ ਫਲ, ਖਾਧਾ ਹੋਇਆ ਭੋਜਨ, ਛਕਿਆ ਹੋਇਆ ਭੋਜਨ, ਸਾਡੇ ਸਰੀਰ ਵਿੱਚ ਵਾਹਿਗੁਰੂ ਨੇ ਐਸਾ ਸਿਸਟਮ ਫਿੱਟ ਕੀਤਾ
ਕਿ ਉਹ ਜਿਹੜੀ ਜਠਰਾ ਅਗਨੀ ਆ ਨਾ ਪੇਟ ਵਾਲੀ, ਬਹੁਤ ਭਿਆਨਕ ਅਗਨ, ਉਹ ਅੱਗ ਖਾਧੇ ਪੀਤੇ ਨੂੰ ਸਾੜ ਦਿੰਦੀ ਆ। ਸਾੜ ਕੇ ਤੇ ਐਸਾ ਸਾਧ ਸੰਗਤ ਜੀ ਸਰੀਰ ਦੇ ਵਿੱਚ ਯੰਤਰ ਮਸ਼ੀਨਰੀ ਫਿੱਟ ਵਾਹਿਗੁਰੂ ਨੇ ਕੀਤੀ ਹੈ, ਉਹਦੇ ਵਿੱਚੋਂ ਸਰੀਰ ਲਈ ਲੋੜੀਂਦੇ ਰਸ ਤੱਤ ਅਲੱਗ ਕਰ ਦਿੰਦੀ ਆ, ਫੋਕਟ ਪਦਾਰਥ ਬਾਹਰ ਕੱਢ ਦਿੰਦੀ ਆ। ਉਹ ਰਸਾਂ ਤੋਂ ਖੂਨ ਬਣਦਾ, ਖੂਨ ਸਾਡੀਆਂ ਹੱਡੀਆਂ ਦੇ ਵਿੱਚ ਨਾੜੀਆਂ ਵਿੱਚ ਸੰਚਾਰ ਕਰਦਾ ਤੇ ਸਰੀਰ ਸਾਡਾ ਰਿਸ਼ਟ ਪੁਸ਼ਟ ਰਹਿੰਦਾ, ਤਾਕਤਵਰ ਬਣਿਆ ਰਹਿੰਦਾ। ਪਰ ਜੇ ਜਠਰਾ ਅਗਨੀ ਮੱਧਮ ਪੈ ਜਾਏ ਤਾਂ ਸਾਡਾ ਸਰੀਰ ਬਿਮਾਰ ਹੋ ਜਾਂਦਾ। ਜਠਰਾ ਅਗਨੀ ਇੰਨੀ ਭਿਆਨਕ ਆ, ਕਈ ਬੀਬੀਆਂ ਨੂੰ ਆਦਤ ਹੁੰਦੀ ਆ, ਪੁਰਾਣੇ ਸਮਿਆਂ ਦੇ ਵਿੱਚ ਤਾਂ ਬਹੁਤੀ ਹੁੰਦੀ ਸੀ, ਕੱਚੀਆਂ ਕੰਧਾਂ ਹੁੰਦੀਆਂ ਤੇ ਉਹਨਾਂ ਤੋਂ ਰੋੜ ਚੁੱਕ ਚੁੱਕ ਕੇ, ਰੋੜ ਪੱਟ ਪੱਟ ਕੇ ਉਹਨਾਂ ਨੇ ਖਾ ਲੈਣੇ। ਇੰਨੇ ਕਰੜੇ ਜਿਹੜੇ ਰੋੜ ਹੈ ਉਹ ਸਾਧ ਸੰਗਤ ਜੀ ਖਾਧੇ ਹੋਏ ਜੋ ਜਠਰਾ ਅਗਨੀ ਭਸਮੀਭੂਤ ਕਰ ਦਿੰਦੀ ਹੈ, ਸਾੜ ਦਿੰਦੀ ਹੈ। ਤੇ ਖਿਆਲ ਕਰੋ ਇੰਨੀ ਭਿਆਨਕ ਅਗਨੀ ਵਿੱਚ ਬੱਚੇ ਦਾ ਸਰੀਰ ਮਾਂ ਦੇ ਪੇਟ ਦੇ ਵਿੱਚ ਕਿਵੇਂ ਸੁਰੱਖਿਅਤ ਰਹਿੰਦਾ। ਇਹ ਵਾਹਿਗੁਰੂ ਦੀ ਕਿਰਪਾ ਦੇ ਨਾਲ ਬਚਾਅ ਹੁੰਦਾ। ਵਾਹਿਗੁਰੂ ਉੱਥੇ ਸਿਮਰਨ ਭਜਨ ਬਖਸ਼ਿਸ਼ ਕਰਦਾ। ਜੀਵ ਮਾਤਾ ਦੇ ਪੇਟ ਦੇ ਵਿੱਚ ਸਾਧ ਸੰਗਤ ਜੀ ਫਿਰ ਵਾਹਿਗੁਰੂ ਦਾ ਸਿਮਰਨ ਕਰਕੇ ਬਚਿਆ ਰਹਿੰਦਾ। ਗੁਰਬਾਣੀ ਦਾ ਵਚਨ ਹੈ, ਮਾਤ ਗਰਭ ਮਹਿ ਆਪਨ ਸਿਮਰਨ ਦੇ, ਤਹ ਤੁਮ ਰਾਖਨ ਹਾਰੇ, ਪਾਵਕ ਸਾਗਰ ਅਥਾਹ ਲਹਿਰ ਮਹਿ ਤਾਰਹੁ ਤਾਰਨ ਹਾਰੇ। ਮਾਤਾ ਦੇ ਗਰਭ ਦੇ ਵਿੱਚ ਉਹ ਵਾਹਿਗੁਰੂ ਨੇ ਤੈਨੂੰ ਆਪਣਾ ਸਿਮਰਨ ਦੇ ਕੇ ਰੱਖਿਆ, ਕਿਉਂਕਿ ਸਿਮਰਨ ਠੰਡਾ, ਅਗਨੀ ਤੱਤੀ ਹੈ। ਸਿਮਰਨ ਦੀ ਠੰਡ ਦੇ ਨੇੜੇ ਜਿਹੜੀ ਜਠਰਾ ਅਗਨੀ ਦੀ ਤਪਸ਼ ਹੈ ਉਹ ਵੀ ਮੱਠੀ ਪੈ ਜਾਂਦੀ ਆ, ਉਹ ਬਾਲਕ ਤੱਕ, ਬੱਚੇ ਤੱਕ ਪਹੁੰਚ ਨਹੀਂ ਸਕਦੀ, ਕਿਉਂਕਿ ਕਿੰਨਾ ਠੰਡਾ ਪਰਮੇਸ਼ਰ ਦਾ ਨਾਮ। ਸਤਿਗੁਰੂ ਬਾਣੀ ਵਿੱਚ ਕਹਿੰਦੇ, ਚੰਦਨ ਚੰਦ ਨਾ ਸਰਦ ਰੁੱਤ, ਮੂਲ ਨਾ ਮਿਟਈ ਘਾਮ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਚੰਦਨ ਨੂੰ ਬਹੁਤ ਠੰਡਾ ਮੰਨਿਆ ਗਿਆ। ਚੰਦਰਮਾ ਦੀ ਚਾਂਦਨੀ ਬੜੀ ਠੰਡੀ ਹੈ, ਸਰਦ ਰੁੱਤ ਉਹ ਵੀ ਠੰਡੀ ਹੈ। ਪਰ ਇਹ ਸਾਰਿਆਂ ਦੀ ਠੰਡਕ ਜਿਹੜੀ ਆ ਉਹ ਸਾਧ ਸੰਗਤ ਜੀ ਵਿਸ਼ੇ ਵਿਕਾਰਾਂ ਦੀ ਜਾਂ ਹੋਰ ਭਿਆਨਕ ਅਗਨੀ ਹੈ, ਉਹਨੂੰ ਠੰਡ ਨਹੀਂ ਪਾ ਸਕਦੀ, ਸਰਦੀ ਨਹੀਂ ਪਹੁੰਚਾ ਸਕਦੀ, ਉਹਦੇ ਸੇਕ ਨੂੰ, ਉਹਦੀ ਤਪਸ਼ ਨੂੰ ਘੱਟ ਨਹੀਂ ਕਰ ਸਕਦੀ। ਮਨ ਕਿਵੇਂ ਸ਼ੀਤਲ ਹੋਵੇ? ਸਤਿਗੁਰੂ ਜੀ ਕਹਿੰਦੇ, ਸੀਤਲ ਥੀਵੈ ਨਾਨਕਾ, ਜਪੰਦੜੋ ਹਰ ਨਾਮ। ਵਾਹਿਗੁਰੂ ਦਾ ਨਾਮ ਜਪਣ ਦੇ ਨਾਲ ਮਨ ਦੇ ਵਿੱਚ ਸ਼ੀਤਲਤਾ ਆਉਂਦੀ ਹੈ। ਜਿਹੜਾ ਵਿਸ਼ੇ ਵਿਕਾਰਾਂ ਦੀ ਅਗਨੀ ਦੇ ਨਾਲ, ਤਪਸ਼ ਦੇ ਨਾਲ ਤਪ ਰਿਹਾ, ਸੜ ਰਿਹਾ, ਜਲ ਰਿਹਾ, ਮੱਚ ਰਿਹਾ ਹੈ, ਭੁੱਜ ਰਿਹਾ ਹੈ। ਔਰ ਜੀਵ ਦੀ ਮਾਤਾ ਦੇ ਗਰਭ ਦੇ ਵਿੱਚ, ਮਾਤਾ ਦੇ ਪੇਟ ਦੇ ਵਿੱਚ ਜੋ ਹਾਲਤ ਹੁੰਦੀ ਆ, ਸਤਿਗੁਰੂ ਨੇ ਬਾਣੀ ਵਿੱਚ ਇਸ਼ਾਰਾ ਕੀਤਾ। ਸਤਿਗੁਰੂ ਕਹਿੰਦੇ, ਸਿਰ ਤਲੈ ਪੈਰ ਉੱਪਰੇ, ਵਸੰਦੋ ਕੋ ਹੱਥੜੈ ਥਾਏ, ਨਾਨਕ ਸੋ ਧਣੀ ਕਿਉਂ ਵਿਸਾਰੀਐ, ਉਧਰੈ ਜਿਸ ਦਾ ਨਾਏ। ਸਿਰ ਤਲੈ ਪੈਰ ਉੱਪਰੇ, ਸਿਰ ਹੇਠਾਂ ਨੂੰ, ਪੈਰ ਉੱਪਰ ਨੂੰ ਹੁੰਦੇ ਆ। ਵਸੰਦੋ ਕੋ ਹੱਥੜੈ ਥਾਏ, ਭੈੜੀ ਜਗ੍ਹਾ ਦੇ ਵਿੱਚ ਵਸਦਾ ਹੈ, ਔਖੀ ਜਗ੍ਹਾ ਦੇ ਵਿੱਚ ਵਸਦਾ ਹੈ। ਨਾਨਕ ਸੋ ਧਣੀ ਕਿਉਂ ਵਿਸਾਰਿਓ, ਉਧਰੈ ਜਿਸ ਦਾ ਨਾਏ। ਉਸ ਮਾਲਕ ਨੂੰ ਕਿਉਂ ਵਿਸਾਰੀਏ? ਕਿਉਂ ਵਿਸਾਰ ਦਿੱਤਾ ਉਹ ਮਾਲਕ ਨੂੰ? ਉਹ ਮਾਲਕ ਕਿਉਂ ਵਿਸਰਨਾ ਚਾਹੀਦਾ? ਕਦੇ ਵਿਸਰਨਾ ਨਹੀਂ ਚਾਹੀਦਾ। ਉਧਰੈ ਜਿਸ ਦਾ ਨਾਏ, ਜਿਸ ਦੇ ਨਾਮ ਦੇ ਨਾਲ ਤੇਰਾ ਉਧਾਰ ਹੋਇਆ, ਜਿਸ ਦੇ ਨਾਮ ਨਾਲ ਤੇਰਾ ਛੁਟਕਾਰਾ ਹੋਇਆ। ਆ ਧਰਤੀ ਦੇ ਉੱਤੇ ਤੂੰ ਆਇਆ, ਜਨਮ ਲਿਆ। ਕਵੀ ਜੀ ਕਹਿੰਦੇ, ਜਿਹ ਕਰਨਾ ਤੇ ਜਠਰ ਮੈਂ ਅਗਨ ਸਪਰਸ਼ ਨਾ ਹੋਏ। ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਮਾਤਾ ਦੇ ਪੇਟ ਦੇ ਵਿੱਚ ਭਿਆਨਕ ਜਠਰਾ ਅਗਨੀ ਦਾ ਤੈਨੂੰ ਸਪਰਸ਼ ਨਹੀਂ ਹੁੰਦਾ, ਅਗਨੀ ਪਹੁੰਚਦੀ ਨਹੀਂ, ਸਾੜਦੀ ਨਹੀਂ ਹੈ। ਜਨਮ ਤੇ ਪੁਨ ਜਗ ਰਚਿਓ। ਪਰ ਜੀਵ ਦੀ ਹਾਲਤ ਕੀ ਹੈ? ਕਹਿੰਦੇ ਜਨਮ ਲੈ ਲੈਂਦਾ, ਜੰਮਦਿਆਂ ਸਾਰੀ ਇਸ ਸੰਸਾਰ ਦੇ ਨਾਲ ਰਚ ਜਾਂਦਾ। ਜਨਮ ਲੈਂਦੇ ਹੀ ਇਹ ਸੰਸਾਰ ਦੀ ਹਵਾ ਐਸੀ ਲੱਗਦੀ ਆ, ਜਿਉਂ ਹੀ
ਇਸ ਸੰਸਾਰ ਦੀ ਆਬੋ ਹਵਾ ਵਿੱਚ ਸਾਹ ਲੈਂਦਾ, ਸਾਹ ਰਾਹੀਂ ਦੁਨਿਆਵੀ ਪਦਾਰਥਾਂ ਦੀ ਮੋਹ ਮਾਇਆ ਇਹਦੇ ਅੰਦਰ ਚਲੇ ਜਾਂਦੀ ਆ, ਰੱਬ ਦੇ ਨਾਮ ਨੂੰ ਭੁੱਲ ਜਾਂਦਾ ਔਰ ਇਹ ਸੰਸਾਰ ਦੇ ਨਾਲ ਰਚਿਆ ਰਹਿੰਦਾ, ਸੰਸਾਰ ਦੇ ਨਾਲ ਹੀ ਇਹ ਪਰਚ ਜਾਂਦਾ ਹੈ। ਤੇ ਉਹ ਵਾਹਿਗੁਰੂ ਪਰਮੇਸ਼ਰ ਨੂੰ ਹਿਰਦੇ ਵਿੱਚੋਂ ਉੱਕਾ ਹੀ ਮੂਲ ਹੀ ਵਿਸਾਰ ਦਿੰਦਾ ਹੈ। ਜੇ ਕਰੁਣਾ ਤੇ ਰੂਪ ਅਨੁਪਾਇ। ਕਵੀ ਜੀ ਕਹਿੰਦੇ ਧਿਆਨ ਦੇ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਤੇਰਾ ਸੁੰਦਰ ਰੂਪ, ਤੈਨੂੰ ਸੁੰਦਰ ਸਰੂਪ ਵਾਹਿਗੁਰੂ ਨੇ ਬਖਸ਼ਿਸ਼ ਕੀਤਾ ਹੈ। ਗੁਰਬਾਣੀ ਕਹਿੰਦੀ ਹੈ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨਹਿ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰੈ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਿਰਧ ਭਇਆ ਉਪਰ ਸਾਕ ਸੈਨ, ਮੁਖ ਅਪਿਆਉ ਬੈਠ ਕੋ ਦੈਨ, ਇਹੋ ਨਿਰਗੁਣ ਗੁਣ ਕਛੂ ਨਾ ਬੂਝੈ, ਬਖਸ਼ ਲੇਹੋ ਤੋ ਨਾਨਕ ਸੀਜੈ। ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ, ਦੇਖ ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਉਹ ਵਾਹਿਗੁਰੂ ਨੇ ਤੈਨੂੰ ਆ ਮਨੁੱਖਾ ਜਨਮ ਦਿੱਤਾ, ਮਾਤਾ ਦੇ ਗਰਭ ਦੇ ਵਿੱਚੋਂ, ਮਾਤਾ ਦੇ ਪੇਟ ਵਿੱਚੋਂ, ਜਠਰਾ ਅਗਨੀ ਵਿੱਚੋਂ ਜਿਹਨੇ ਨਾਮ ਦਾ ਸਿਮਰਨ ਤੇ ਦੇ ਕੇ ਤੇਰੀ ਰੱਖਿਆ ਕੀਤੀ, ਤੂੰ ਧਰਤੀ ਉੱਤੇ ਆਇਆ, ਤੈਨੂੰ ਉਹ ਵਾਹਿਗੁਰੂ ਨੇ ਸਾਜਿਆ ਹੈ, ਸੰਵਾਰਿਆ ਹੈ, ਸ਼ਿੰਗਾਰਿਆ ਹੈ। ਠੀਕ ਹੈ ਵੀ ਅੱਜ ਸੁੰਦਰਤਾ ਦੀ ਮੰਡੀ ਦੇ ਵਿੱਚ ਆਪਣੇ ਸਰੀਰਾਂ ਨੂੰ ਸ਼ਿੰਗਾਰਨ ਦੀ ਬੜੀ ਹੋੜ ਲੱਗੀ ਹੋਈ ਹੈ। ਜਿਹੜਾ ਮਰਜ਼ੀ ਅਖਬਾਰ, ਟੀਵੀ ਚੈਨਲ ਦੇਖ ਲਓ, ਹਰ ਜਗ੍ਹਾ ਦੇ ਉੱਤੇ ਉਹ ਸਾਧ ਸੰਗਤ ਜੀ ਸੁਹੱਪਣ ਨੂੰ ਵਧਾਉਣ ਦੀਆਂ ਗੱਲਾਂ, ਇਸ ਤਰ੍ਹਾਂ ਦੀਆਂ ਐਡਵਰਟਾਈਜ਼ਮੈਂਟ ਚੱਲਦੀਆਂ, ਇਸ ਤਰ੍ਹਾਂ ਦੀਆਂ ਮਸ਼ਹੂਰੀਆਂ ਚੱਲਦੀਆਂ। ਪਰ ਵਾਹਿਗੁਰੂ ਨੇ ਸਾਨੂੰ ਜਿਸ ਤਰ੍ਹਾਂ ਦਾ ਸਾਜ ਦਿੱਤਾ, ਸਵਾਰ ਦਿੱਤਾ, ਸ਼ਿੰਗਾਰ ਦਿੱਤਾ, ਉਹਦੀ ਰੀਸ ਤਾਂ ਕਿਤੇ ਵੀ ਨਹੀਂ ਹੋ ਸਕਦੀ। ਕਿਵੇਂ ਸਾਜਿਆ, ਸਵਾਰਿਆ, ਸ਼ਿੰਗਾਰਿਆ, ਅਸਲੀ ਸ਼ਿੰਗਾਰ ਜਿਹੜਾ ਵਾਹਿਗੁਰੂ ਨੇ ਕੀਤਾ, ਬਾਹਰਲਾ ਸ਼ਿੰਗਾਰ ਤਾਂ ਨਕਲੀ ਹੈ ਨਾ। ਹਾਰ ਸ਼ਿੰਗਾਰ ਕਰਕੇ ਬਿਊਟੀ ਪਾਰਲਰ ਤੋਂ ਬਾਹਰ ਨਿਕਲੋ, 4 ਬੂੰਦਾਂ ਵਰਖਾ ਦੀਆਂ ਪੈ ਗਈਆਂ ਤੇ ਉਹ ਸਾਰਾ ਹਾਰ ਸ਼ਿੰਗਾਰ ਮਿੰਟੋ ਮਿੰਟੀ ਲੈ ਜਾਂਦਾ, ਕਿਉਂਕਿ ਝੂਠਾ ਹੈ, ਨਕਲੀ ਹੈ। ਪਰ ਵਾਹਿਗੁਰੂ ਨੇ ਜਿਹੜਾ ਸ਼ਿੰਗਾਰ ਦਿੱਤਾ, ਇਹ ਅਸਲ ਸ਼ਿੰਗਾਰ ਹੈ। ਕਿਵੇਂ ਸਾਜਿਆ, ਸਵਾਰਿਆ ਤੇ ਸ਼ਿੰਗਾਰਿਆ ਤੈਨੂੰ। ਸਤਿਗੁਰੂ ਜੀ ਕਹਿੰਦੇ, ਜਿਨ ਤੂੰ ਸਾਜ ਸਵਾਰ ਸਿਗਾਰਿਆ, ਜਿਸ ਵਾਹਿਗੁਰੂ ਨੇ ਤੈਨੂੰ ਸਾਜਿਆ, ਸਾਜ ਕੇ ਸਵਾਰਿਆ ਤੇ ਸ਼ਿੰਗਾਰਿਆ ਹੈ। ਦੇਖ ਤੇਰੇ ਸਰੀਰ ਦਾ ਹਰੇਕ ਅੰਗ ਪ੍ਰਤੰਗ ਐ ਨਿਸ਼ਚਿਤ ਜਗ੍ਹਾ ਦੇ ਉੱਤੇ, ਢੁਕਵੀਂ ਜਗ੍ਹਾ ਦੇ ਉੱਤੇ ਲਾਇਆ। ਅੱਖਾਂ ਆ ਤੇਰੇ ਮੱਥੇ ਦੇ ਵਿੱਚ ਲਾਈਆਂ, ਸਰੀਰ ਦੇ ਬਿਲਕੁਲ ਉੱਪਰਲੇ ਭਾਗ ਵਿੱਚ, ਤਾਂ ਕਿ ਤੈਨੂੰ ਦੂਰ ਤੱਕ ਦਿਖਾਈ ਦਿੰਦਾ ਰਹੇ। ਦੂਰੋਂ ਆਉਂਦੀ ਜਾਂਦੀ ਚੀਜ਼ ਨੂੰ ਵੇਖੇ, ਕੋਈ ਮੇਰੇ ਵਿੱਚ ਤਾਂ ਨਹੀਂ ਵੱਜਦਾ, ਤੈਨੂੰ ਪਹਿਲਾਂ ਹੀ ਪਤਾ ਲੱਗ ਜਾਏ ਦੂਰ ਤੱਕ ਕੀ ਹੋ ਰਿਹਾ। ਤੇ ਇਸੇ ਤਰ੍ਹਾਂ ਨੱਕ ਤੇਰੇ ਮੂੰਹ ਦੇ ਐਨ ਬਿਲਕੁਲ ਉੱਤੇ ਲਾਇਆ। ਤੂੰ ਕੁਝ ਵੀ ਖਾਵੇਂ, ਕੁਝ ਵੀ ਪੀਵੇਂ, ਤੇਰੇ ਦਿਮਾਗ ਨੂੰ ਨਾਸਕਾ ਦੇ ਰਾਹੀਂ ਪਹਿਲਾਂ ਸੁਨੇਹਾ ਪਹੁੰਚ ਜਾਵੇ, ਚੀਜ਼ ਵਸਤੂ ਖਾਣਯੋਗ ਹੈ ਜਾਂ ਨਹੀਂ ਹੈ। ਕਿਤੇ ਇਹ ਭੋਜਨ ਜਿਹੜਾ ਮੈਂ ਛਕ ਰਿਹਾ ਬੇਹਾ ਤਾਂ ਨਹੀਂ, ਬਾਸੀ ਤਾਂ ਨਹੀਂ, ਖਰਾਬ ਤਾਂ ਨਹੀਂ, ਕਿਤੇ ਇਹਨੂੰ ਛਕ ਕੇ ਮੇਰੇ ਤਨ ਨੂੰ ਕੋਈ ਬਿਮਾਰੀ ਤਾਂ ਨਹੀਂ ਲੱਗ ਜਾਵੇਗੀ, ਮੈਨੂੰ ਕੋਈ ਰੋਗ ਤਾਂ ਨਹੀਂ ਲੱਗ ਜਾਵੇਗਾ। ਇਹ ਨੱਕ ਤੈਨੂੰ ਦੱਸ ਦਿੰਦਾ। ਵਾਹਿਗੁਰੂ ਨੇ ਬਿਲਕੁਲ ਨਿਸ਼ਚਿਤ ਜਗ੍ਹਾ ਦੇ ਉੱਤੇ ਲਾਇਆ। ਜਿਨ ਤੂੰ ਸਾਜ ਸਵਾਰ ਸ਼ਿੰਗਾਰਿਆ। ਤੇ ਕਦੇ ਖਿਆਲ ਕਰਿਓ, ਜੇ ਇਹਨਾਂ ਅੰਗਾਂ ਦੀ ਅਦਲਾ ਬਦਲੀ ਕਦੇ ਹੋ ਜਾਵੇ, ਆ ਸਾਧ ਸੰਗਤ ਜੀ ਨੱਕ ਜਿਹੜਾ ਸਾਡੇ ਮੂੰਹ ਦੇ ਉੱਤੇ ਲੱਗਿਆ, ਇੱਥੋਂ ਦੀ ਬਜਾਏ ਜੇ ਕਿਤੇ ਗਿੱਟਿਆਂ ਕੋਲੇ ਲੱਗ ਜਾਏ ਫਿਰ ਕੀ ਹੋਵੇਗਾ। ਜਦੋਂ ਤੁਰਾਂਗੇ ਧੂੜ ਮਿੱਟੀ ਘੱਟਾ ਇਹ ਨੱਕ ਨੂੰ ਚੜ੍ਹੇਗਾ ਤੇ ਛਿੱਕਾਂ ਹੀ ਵੱਜਦੀਆਂ ਰਹਿਣਗੀਆਂ, ਕੋਈ ਗੱਲ ਵੀ ਨਹੀਂ ਕਰ ਸਕਾਂਗੇ ਕਿਸੇ ਨਾਲ। ਇਹੀ ਅੱਖਾਂ ਮੱਥੇ ਦੀ ਬਜਾਏ ਸਾਡੇ ਪੈਰਾਂ ਦੇ ਉੱਤੇ, ਸਾਡੇ ਗਿੱਟਿਆਂ ਦੇ ਉੱਤੇ ਲੱਗ ਜਾਣ, ਹੁਣ ਤਾਂ ਦੂਰ ਤੱਕ ਦੇਖਦੇ ਆਂ, ਪਤਾ ਲੱਗ ਜਾਂਦਾ ਕਿਹੜੇ ਪਾਸੇ ਰਸਤਾ ਸਾਫ਼ ਹੈ, ਕਿੱਧਰੋਂ ਦੀ ਲੰਘਣਾ ਹੈ। ਆ ਹੁਣ ਬਰਸਾਤ ਦੇ ਮੌਸਮ ਲੰਘ ਕੇ ਹਟੇ ਆ ਤੇ ਆਪਣੇ ਤਾਂ ਰਸਤੇ ਆ, ਸੜਕਾਂ ਵੀ ਇਹੋ ਜਿਹੇ ਹੀ ਆ, ਐਨ ਭਰੀਆਂ ਹੁੰਦੀਆਂ, ਟੋਭੇ ਹੀ ਬਣੇ ਹੁੰਦੇ ਆ। ਤੇ ਜੇ ਅੱਖਾਂ
ਮੱਥੇ ਦੀ ਜਗ੍ਹਾ ਤੇ ਗਿੱਟਿਆਂ ਤੇ ਲੱਗੀਆਂ ਹੋਣ ਤੇ ਉਹ ਚਿੱਕੜ ਦੇ ਵਿੱਚ ਹੀ ਭਿੱਜੀਆਂ ਰਹਿਣਗੀਆਂ, ਗਾਂਹ ਦੇਖਣਾ ਨਹੀਂ, ਬੰਦ ਹੋ ਜਾਣਗੀਆਂ। ਫਿਰ ਸਾਧ ਸੰਗਤ ਜੀ ਤੁਰ ਕੇ ਮੰਜ਼ਿਲ ਤੇ ਕਿੱਥੇ ਪਹੁੰਚਣਾ, ਇੱਕ ਦੂਜੇ ਦੇ ਵਿੱਚ ਹੀ ਵੱਜਦੇ ਫਿਰਾਂਗੇ। ਸੋ ਵਾਹਿਗੁਰੂ ਨੇ ਜਿੰਨੇ ਅੰਗ ਲਾਏ ਐ ਇਹ ਸਾਜ ਸਵਾਰ ਤੇ ਸ਼ਿੰਗਾਰ ਕੇ ਲਾਏ ਐ ਪਹਿਲਾਂ ਹੀ, ਇਹਨੂੰ ਹੋਰ ਸ਼ਿੰਗਾਰ ਦੀ ਲੋੜ ਨਹੀਂ ਹੈ। ਠੀਕ ਹੈ ਵੀ ਸਾਫ ਸੁਥਰਾ ਰਹਿਣਾ ਚਾਹੀਦਾ ਹੈ, ਪਰ ਸਰੀਰ ਦੇ ਨਾਲ ਕਿਸੇ ਪ੍ਰਕਾਰ ਦੀ ਛੇੜਛਾੜ ਕਰਨੀ, ਵਾਹਿਗੁਰੂ ਵੱਲੋਂ ਬਣਾਈ ਹੋਈ ਸਾਬਤ ਸੂਰਤ ਨੂੰ ਭੰਨਣਾ ਤੋੜਨਾ, ਸਤਿਗੁਰੂ ਕਹਿੰਦੇ ਉਹ ਮਨੁੱਖ ਬੇਈਮਾਨ ਹੈ ਜਿਹੜਾ ਭੰਨਦਾ ਤੋੜਦਾ ਹੈ। ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਜੋ ਕਾਜ਼ੀਆਂ ਦੇ ਨਾਲ ਵਚਨ ਕੀਤੇ ਮੱਕੇ ਵਿਖੇ, ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਸਾਬਤ ਸੂਰਤ ਰੱਬ ਦੀ ਭੰਨੇ ਬੇਈਮਾਨ, ਦਰਗਾਹ ਢੋਈ ਨਾ ਮਿਲੈ ਕਾਫਰ ਕੁੱਤਾ ਸ਼ੈਤਾਨ। ਇੰਨੇ ਕਰੜੇ ਲਫ਼ਜ਼ ਆਖੇ ਆ ਸਤਿਗੁਰੂ ਨੇ। ਰੱਬ ਦੀ ਬਣਾਈ ਸਾਬਤ ਸੂਰਤ ਨੂੰ ਤੂੰ ਵਿਗਾੜਦਾ ਹੈ, ਆ ਨੱਕ ਕੰਨ ਛੇਦਦਾ ਹੈ, ਮੂੰਹ ਦੇ ਉੱਤੇ ਵਾਹਿਗੁਰੂ ਨੇ ਸੁੰਦਰ ਦਾੜਾ ਕੇਸ ਤੈਨੂੰ ਬਖਸ਼ੇ ਹੈ, ਇਹ ਤੇ ਇੱਥੋਂ ਬਰਦਾਸ਼ਤ ਨਹੀਂ ਹੁੰਦੇ, ਇਹਨਾਂ ਨੂੰ ਕੱਟਦਾ ਵੱਢਦਾ, ਇਹਨਾਂ ਦੀ ਬੇਅਦਬੀ ਕਰਦਾ। ਸਤਿਗੁਰੂ ਕਹਿੰਦੇ ਤੂੰ ਕਾਫਰ ਹੈ, ਤੂੰ ਕੁੱਤਾ ਹੈ, ਤੂੰ ਸ਼ੈਤਾਨ ਹੈ, ਤੂੰ ਬੇਈਮਾਨ ਹੈ, ਈਮਾਨ ਨਹੀਂ ਤੇਰੇ ਧਰਮ ਪੱਲੇ ਨਹੀਂ ਹੈ। ਸਾਬਤ ਸੂਰਤ ਰੱਬ ਬਣਾਈ, ਬੇਈਮਾਨ ਨੇ ਭੰਨ ਗਵਾਈ। ਐਸੇ ਸਤਿਗੁਰੂ ਜੀ ਦੇ ਬਚਨ ਆਉਂਦੇ ਹੈ। ਸੋ ਉਹ ਵਾਹਿਗੁਰੂ ਜੀ ਨੇ ਸਾਡੇ ਸਰੀਰ ਨੂੰ ਚੰਗੀ ਤਰ੍ਹਾਂ ਸਾਜਿਆ ਸਵਾਰਿਆ ਸ਼ਿੰਗਾਰਿਆ ਹੈ। ਉਹ ਵਾਹਿਗੁਰੂ ਨੂੰ ਸਤਿਗੁਰ ਸੱਚੇ ਪਾਤਸ਼ਾਹ ਕਹਿੰਦੇ ਭੁੱਲਦਾ ਕਿਉਂ ਆ, ਜਿਹ ਕਰੁਣਾ ਤੇ ਰੂਪ ਅਨੂਪਾ ਜੀ ਦੀ ਕਿਰਪਾ ਦੇ ਨਾਲ ਤੈਨੂੰ ਆ ਸੁੰਦਰ ਸਰੀਰ ਮਿਲਿਆ ਹੋਇਆ ਹੈ। ਕੀ ਤਜ ਭਰਿਓ ਅੰਧ ਜੋ ਕੂਪਾ। ਉਹ ਵਾਹਿਗੁਰੂ ਦਾ ਆਸਰਾ ਛੱਡ ਕੇ, ਵਾਹਿਗੁਰੂ ਦਾ ਸਿਮਰਨ ਛੱਡ ਕੇ ਕਹਿੰਦੇ ਇਉਂ ਫਿਰਦਾ ਮਨੁੱਖ ਜਿਵੇਂ ਅੰਨੇ ਖੂਹ ਦੇ ਵਿੱਚ ਡਿੱਗਿਆ ਹੋਵੇ। ਅੰਨਾ ਖੂਹ ਕਿਹਨੂੰ ਕਹਿੰਦੇ ਆ? ਇੱਕ ਤਾਂ ਹੁੰਦੇ ਆ ਸਾਡੇ ਪਿੰਡਾਂ ਵਿੱਚ ਪੁਰਾਤਨ ਸਮਿਆਂ ਵਿੱਚ ਜਿਹੜੇ ਖੂਹ ਬਣੇ ਹੁੰਦੇ ਸੀ, ਜਿੱਥੋਂ ਜਲ ਵਰਤਦਾ ਸੀ ਸਾਰਾ ਨਗਰ, ਉਹਨਾਂ ਖੂਹਾਂ ਦੇ ਉੱਤੇ ਮੌਣ ਬਣੀ ਹੁੰਦੀ ਸੀ, ਪਤਾ ਲੱਗ ਜਾਂਦਾ ਸੀ, ਦੂਰੋਂ ਉੱਚੇ ਕੀਤੇ ਹੁੰਦੇ ਸੀ ਵੀ ਇੱਥੇ ਖੂਹ ਹੈ। ਤੇ ਇੱਕ ਖੂਹ ਹੁੰਦੇ ਆ ਜਿਵੇਂ ਕਿਸੇ ਜੰਗਲ ਦੇ ਵਿੱਚ ਲੱਗਿਆ ਹੋਵੇ, ਆਸੇ ਪਾਸੇ ਮਿੱਟੀ ਪੈ ਕੇ ਤੇ ਉਹ ਬਰਾਬਰ ਪੱਧਰਾ ਹੀ ਹੋ ਜਾਂਦਾ, ਪਤਾ ਨਹੀਂ ਲੱਗਦਾ। ਖੂਹ ਆਸੇ ਪਾਸੇ ਝਾੜ ਬੂਟੇ ਉਗਾਉਂਦੇ ਆ ਤੇ ਬੰਦਾ ਤੁਰਿਆ ਜਾਵੇ ਅਚਨਚੇਤ, ਭਾਵੇਂ ਧਿਆਨ ਨਾਲ ਵੀ ਤੁਰਦਾ ਹੋਵੇ, ਉਹਨੂੰ ਪਤਾ ਨਹੀਂ ਲੱਗਦਾ ਵੀ ਸਾਫ਼ ਜਗ੍ਹਾ ਕਿ ਖੂਹ ਹੈ। ਉਹ ਖੂਹ ਦੇ ਵਿੱਚ ਡਿੱਗ ਪਵੇ ਜਿਹੜਾ ਬੰਦਾ, ਉਹਨੂੰ ਕਹਿੰਦੇ ਅੰਨੇ ਖੂਹ ਵਿੱਚ ਜਾਂ ਢੱਠੇ ਖੂਹ ਵਿੱਚ ਡਿੱਗ ਪਿਆ। ਆਮ ਇੱਕ ਆਪਣੇ ਪੰਜਾਬੀ ਦੀ ਕਹਾਵਤ ਆ ਵੀ ਜਾ ਢੱਠੇ ਖੂਹ ਵਿੱਚ ਜਾ। ਉਹ ਢੱਠਾ ਖੂਹ ਉਹੀ ਹੁੰਦਾ ਜਿਹਦੀ ਮੌਨ ਢੱਠੀ ਹੁੰਦੀ ਆ, ਕਿਉਂਕਿ ਦੂਜੇ ਖੂਹ ਵਿੱਚ ਜਿਹੜੇ ਨਗਰਾਂ ਵਿੱਚ ਸੀ ਉਹਦੇ ਵਿੱਚ ਕੋਈ ਡਿੱਗ ਪਵੇ ਤਾਂ ਉੱਥੇ ਜਲ ਵਰਤਣਾ, ਲੋਕਾਂ ਨੂੰ ਪਤਾ ਲੱਗ ਜਾਣਾ, ਕੋਈ ਵਿੱਚ ਡਿੱਗਿਆ ਆਵਾਜ਼ ਸੁਣ ਲਵੇਗਾ। ਪਰ ਅੰਨੇ ਖੂਹ ਵਿੱਚ, ਢੱਠੇ ਖੂਹ ਵਿੱਚ ਜਿਹੜਾ ਬੰਦਾ ਡਿੱਗ ਪਿਆ, ਜੰਗਲ ਵਿੱਚ ਕਿਹਨੇ ਜਾਣਾ? ਕੋਈ ਭੇਡਾਂ ਬੱਕਰੀਆਂ ਚਾਰਨ ਵਾਲਾ ਅਯਾਲੀ ਆਜੜੀ ਜਾਊਗਾ ਤੇ ਹੋ ਸਕਦਾ ਉਹ ਤੇਰੀ ਆਵਾਜ਼ ਸੁਣ ਕੇ ਜਦੋਂ ਤੱਕ ਤੂੰ ਜਿਉਂਦਾ ਤੈਨੂੰ ਕੱਢ ਲਵੇ ਬਾਹਰ, ਨਹੀਂ ਉਹ ਚੋਂ ਨਿਕਲਣ ਦੀ ਆਸ ਨਹੀਂ ਹੁੰਦੀ ਕੋਈ। ਇਸ ਕਰਕੇ ਕਵੀ ਜੀ ਕਹਿੰਦੇ ਵਾਹਿਗੁਰੂ ਪਰਮੇਸ਼ਰ ਨੂੰ ਛੱਡ ਕੇ ਕਹਿੰਦੇ ਤੂੰ ਸੰਸਾਰ ਦੇ ਪਦਾਰਥਾਂ ਰੂਪੀ ਅੰਨੇ ਖੂਹ ਵਿੱਚ ਪੈ ਰਿਹਾ ਹੈ। ਜਿਸ ਕਰੁਣਾ ਸਭ ਦੇ ਪਦਾਰਥ। ਜਿਸ ਵਾਹਿਗੁਰੂ ਨੇ ਕਿਰਪਾ ਕਰਕੇ ਤੈਨੂੰ ਸਭ ਪ੍ਰਕਾਰ ਦੇ ਪਦਾਰਥ ਬਖਸ਼ੇ ਹਨ। ਤੇ ਤਜ ਫਿਰਤ ਵਿਸੈ ਕੇ ਸਵਾਰਥ। ਉਹ ਵਾਹਿਗੁਰੂ ਨੂੰ ਛੱਡ ਕੇ ਤੂੰ ਵਿਸ਼ੇ ਵਿਕਾਰਾਂ ਦੇ ਸਵਾਰਥ ਦੇ ਵਿੱਚ ਮਤਲਬ ਦੇ ਲਈ ਤੁਰਿਆ ਫਿਰਦਾ ਹੈ। ਮਨ ਮੂਰਖ ਅਜੂ ਨੇ ਜਾਣਤ। ਕਵੀ ਜੀ ਕਹਿੰਦੇ ਮੇਰੇ ਮੂਰਖ ਮਨਾ, ਤੂੰ ਹਾਲੇ ਤੱਕ ਨਹੀਂ ਇਹ ਗੱਲ ਨੂੰ ਸਮਝਦਾ। ਉੱਤਮ ਵਕਤ ਆ ਨਾ ਕਵੀ ਜੀ, ਆਪਣੇ ਮਨ ਨੂੰ ਸਮਝਾ ਕੇ ਸਾਨੂੰ ਸਾਰਿਆਂ ਨੂੰ ਉਪਦੇਸ਼ ਕਰ ਰਹੇ ਆ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮੈਂ ਜਿਨੈ ਉਬਾਰਿਆ, ਬਾਰ ਵਿਵਸਥਾ ਤੁਝੈ ਪਿਆਰਾ ਦੂਧ, ਭਰ ਜੋਬਨ ਭੋਜਨ ਸੁਖ ਸੂਦ, ਬਾਲਕ ਅਵਸਥਾ ਸੀ ਤੈਨੂੰ ਦੁੱਧ ਪਿਆਰਾ, ਮਾਤਾ ਦਾ ਪੈਦਾ ਕਰ ਦਿੱਤਾ ਵਾਹਿਗੁਰੂ ਨੇ। ਜੋਬਨ ਜਵਾਨੀ ਆਈ, 36 ਪ੍ਰਕਾਰ ਦੇ ਤੈਨੂੰ ਭੋਜਨ ਬਖਸ਼ਿਸ਼ ਕਰ ਦਿੱਤੇ। ਬਿਰਧ ਭਇਆ ਉੱਪਰ ਸਾਖ ਸੈਨ, ਬਜ਼ੁਰਗ ਹੋ ਗਿਆ ਤੇ ਤੇਰੇ ਸਕੇ ਸੰਬੰਧੀ ਸੇਵਾ ਕਰਨ ਵਾਸਤੇ ਖੜੇ ਕਰ ਦਿੱਤੇ। ਤੂੰ ਗਰਾਹੀ ਤੋੜ ਕੇ, ਬੁਰਕੀ ਤੋੜ ਕੇ ਮੂੰਹ ਵਿੱਚ ਪਾਉਣ ਜੋਗਾ ਨਹੀਂ। ਸਿਰ ਕੰਪਿਓ ਪਗ ਡਗਮਗੈ, ਨੈਣ ਜੋਤ ਤੇ ਹੀਨ, ਐਸੀ ਤੇਰੀ ਅਵਸਥਾ ਹੋਈ ਹੈ। ਮੁਖ ਅਪਿਆਓ ਬੈਠ ਕੋ ਦੈਨ, ਤੇਰੇ ਮੂੰਹ ਵਿੱਚ ਬੈਠੇ ਦੇ ਬੁਰਕੀਆਂ ਪਾਉਂਦੇ ਆ। ਪਰ ਕਹਿੰਦੇ ਇਹੋ ਨਿਰਗੁਣ ਗੁਣ ਕਛੂ ਨਾ ਬੂਝੈ। ਇਹ ਨਿਰਗੁਣਿਆਰਾ ਮਨੁੱਖ, ਅਕਿਰਤ ਘਣ ਮਨੁੱਖ, ਉਹ ਵਾਹਿਗੁਰੂ ਦਾ ਕੋਈ ਗੁਣ ਬੁੱਝਦਾ ਹੀ ਨਹੀਂ, ਜਾਣਦਾ ਹੀ ਨਹੀਂ। ਬਖਸ਼ ਲੇਹੋ ਤੋ ਨਾਨਕ ਸੀਜੈ। ਉਹ ਵਾਹਿਗੁਰੂ ਬਖਸ਼ ਲਵੇ ਤਾਂ ਇਹਦਾ ਛੁਟਕਾਰਾ ਹੈ। ਪਰ ਇਹ ਮੂਰਖ ਮਨ ਸਮਝਦਾ ਨਹੀਂ ਨਾ। ਕਵੀ ਜੀ ਕਹਿੰਦੇ ਮਨ ਮੂਰਖ ਅਜਹੂ ਨਹਿ ਜਾਣਤ।
ਹੇ ਮੇਰੇ ਮੂਰਖ ਮਨਾ, ਇੰਨੇ ਪਰਉਪਕਾਰ ਵਾਹਿਗੁਰੂ ਨੇ ਤੇਰੇ ਉੱਤੇ ਕੀਤੇ ਆ, ਪਰ ਤੂੰ ਹਾਲੇ ਤੱਕ ਵੀ ਜਾਣਦਾ ਨਹੀਂ। ਜਿਸ ਕਰਨਾ ਤੇ ਸਭ ਤੁਝ ਮਾਨਤ, ਜਿਸ ਵਾਹਿਗੁਰੂ ਦੀ ਕਿਰਪਾ ਦੇ ਨਾਲ ਸਾਰੇ ਤੈਨੂੰ ਮੰਨਦੇ ਆ, ਸਾਰੇ ਤੇਰਾ ਆਦਰ ਮਾਣ ਸਤਿਕਾਰ ਕਰਦੇ ਹਨ। ਮਦਰ ਜਾਨ ਵਿਸ਼ਯਨ ਫਿਰ ਸਾਤੂ, ਤੇ ਤੂੰ ਵਿਸ਼ੇ ਵਿਕਾਰਾਂ ਨੂੰ ਮధుਰ ਜਾਣ ਕੇ, ਮਿੱਠੇ ਜਾਣ ਕੇ ਉਹਨਾਂ ਦੇ ਵਿੱਚ ਖਚਿਤ ਹੋ ਰਿਹਾ ਹੈ। ਸੋ ਮੈਂ ਕਟ ਬੜ ਦੁਖ ਦਾਤੂ, ਪਰ ਕਹਿੰਦੇ ਚੇਤੇ ਰੱਖੀ, ਇਹ ਵਿਸ਼ੇ ਵਿਕਾਰ ਹੀ ਤੇਰੇ ਵਾਸਤੇ ਜ਼ਹਿਰ ਬਣ ਜਾਣਗੇ। ਇਹ ਜਿਨ੍ਹਾਂ ਨੂੰ ਮਿੱਠਾ ਕਰਕੇ ਖਾਇਆ, ਕੌੜਾ ਉਪਜਿਆ ਸਾਧ। ਜਿਹੜੇ ਮਿੱਠੇ ਕਰਕੇ ਖਾਣਾ ਨਾ ਫਰੀਦਾ, ਇਹ ਵਿਸਗੰਦਲਾਂ ਧਰੀਆਂ ਖੰਡ ਲਵਾੜ, ਇੱਕ ਰਾਹੇ ਦੇ ਰਹਿ ਗਏ, ਇੱਕ ਰਾਧੀ ਗਏ ਉਜਾੜ। ਔਰ 12 ਮਾਹਾਂ ਵਿੱਚ ਆਪਾਂ ਪੜ੍ਹਦੇ ਹਾਂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਬਚਨ, ਖਿਨਮੈ ਕੌੜੇ ਹੋਏ ਗਏ ਜਿਤੜੇ ਮਾਇਆ ਭੋਗ। ਮਾਇਆ ਦੇ ਭੋਗ ਪਦਾਰਥ ਜਿਹੜੇ ਆ ਪਲਾਂ ਛਿਨਾਂ ਦੇ ਵਿੱਚ ਹੀ ਇਹ ਕੌੜੇ ਹੋ ਜਾਣਗੇ। ਦੋਹਰਾ ਨਾਮੈ ਤੇ ਸਭ ਕੁਛ ਬਨਿਓ, ਕਹਿੰਦੇ ਇਹ ਕੌੜੇ ਹੋ ਕੇ ਅੰਤ ਨੂੰ ਤੇਰੇ ਵਾਸਤੇ ਦੁਖਦਾਈ ਹੋਣਗੇ। ਜਿਨ੍ਹਾਂ ਪਦਾਰਥਾਂ ਨੂੰ ਮਿੱਠੇ ਜਾਣ ਕੇ ਭੋਗਦਾ, ਨਾਮੇ ਤੇ ਸਭ ਕੁਛ ਬਣਿਓ। ਹੁਣ ਨਾਮ ਦੀ ਮਹਿਮਾ ਦੱਸਦੇ ਆ। ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਨਾਮ ਦੇ ਨਾਲ ਹੀ ਸਭ ਕੁਝ ਬਣਿਆ ਹੋਇਆ ਹੈ। ਖੰਡ ਬ੍ਰਹਮੰਡ ਸਰੀਰ, ਸਾਰਾ ਜਿਹੜੇ ਖੰਡ ਧਰਤੀ ਹੈ, 9 ਖੰਡ ਧਰਤੀ ਇਹ ਵੀ, ਤੇ ਬ੍ਰਹਮੰਡ ਸਾਰਾ ਜਿਹੜਾ ਯੂਨੀਵਰਸਲ ਹੈ, ਬ੍ਰਹਮੰਡ ਵੀ, ਇਹ ਵਾਹਿਗੁਰੂ ਪਰਮੇਸ਼ਰ ਦੇ ਨਾਲ ਹੀ, ਉਹਦੀ ਕਿਰਪਾ ਦੇ ਨਾਲ, ਉਹਦੇ ਨਾਮ ਤੋਂ ਹੀ ਪੈਦਾ ਹੋਇਆ। ਤੇ ਇਸੇ ਤਰ੍ਹਾਂ ਸਰੀਰ ਜਿਹੜਾ ਇਹ ਵੀ ਵਾਹਿਗੁਰੂ ਤੋਂ ਹੀ ਪੈਦਾ ਹੋਇਆ ਹੈ। ਸੋ ਕਿਉ ਨਾਮ ਵਿਸਾਰਿਓ, ਸੋ ਇਸ ਕਰਕੇ ਕਹਿੰਦੇ ਉਹ ਵਾਹਿਗੁਰੂ ਦੇ ਨਾਮ ਨੂੰ ਕਿਉਂ ਵਿਸਾਰਿਆ ਜਾਵੇ, ਕਿਉਂ ਭੁੱਲਿਆ ਫਿਰਦਾ ਹੈ। ਨਿਤ ਸਮਾਰ ਮਤ ਧੀਰੇ, ਹੇ ਸਮਝ ਅਤੇ ਬੁੱਧੀ ਵਾਲੇ ਮਨੁੱਖਾ, ਤੈਨੂੰ ਵਾਹਿਗੁਰੂ ਨੇ ਬੁੱਧੀ ਦਿੱਤੀ ਹੈ, ਵਿਵੇਕ ਦਿੱਤਾ, ਗਿਆਨ ਦਿੱਤਾ, ਚੰਗਾ ਮਾੜਾ ਤੂੰ ਸਮਝ ਸਕਦਾ ਹੈ। ਪਰ ਉਹ ਵਾਹਿਗੁਰੂ ਨੂੰ ਵਿਸਾਰ ਕੇ ਤੂੰ ਕਹਿੰਦੇ ਕਿਉਂ ਤੁਰਿਆ ਫਿਰਦਾ। ਨਿਤ ਸੰਭਾਰ ਮਤ ਧੀਰ, ਧੀਰਜ ਧਾਰੀ ਮਤ ਵਾਲਿਆ, ਉਹ ਵਾਹਿਗੁਰੂ ਦੇ ਨਾਮ ਨੂੰ ਨਿੱਤਾ ਪ੍ਰਤੀ ਸੰਭਾਲ, ਨਿੱਤਾ ਪ੍ਰਤੀ ਜਪ, ਉਹਨੂੰ ਵਿਸਾਰ ਨਾ, ਉਹਦੇ ਤੋਂ ਦੂਰ ਨਾ ਹੋ, ਕਿਉਂਕਿ ਤੂੰ ਸਭ ਕੁਝ ਜਾਣਦਾ ਹੈ। ਇਸ ਧਰਤੀ ਮੈਂ ਤੇਰੀ ਸਿਕਦਾਰੀ, ਆਵਰ ਜੋਨ ਤੇਰੀ ਪਨਹਾਰੀ। ਆ ਧਰਤੀ ਉੱਤੇ ਤੈਨੂੰ ਸਰਦਾਰੀ ਬਖਸ਼ੀ ਹੈ 84 ਲੱਖ ਜੂਨਾਂ ਵਿੱਚੋਂ, ਬਾਕੀ ਸਾਰੀਆਂ ਜੂਨਾਂ ਤੇਰੀਆਂ ਪਾਣੀ ਹਾਰ ਹੈ। ਬੜੇ ਬੜੇ ਖੌਫਨਾਕ ਜਾਨਵਰ ਇਹ ਮਨੁੱਖ ਨੇ ਵੱਸ ਕੀਤੇ ਹੋਏ ਆ, ਸਰਕਸਾਂ ਵਿੱਚ ਆਪਣੇ ਵੱਸ ਕਰਕੇ ਕਰਤੱਵ ਦਿਖਾਉਣ ਵਾਸਤੇ ਲਾਏ ਹੋਏ ਆ। ਸ਼ੇਰ, ਬਘਿਆੜ ਵਰਗੇ ਖੂੰਖਾਰ ਜਾਨਵਰ, ਹਾਥੀ ਵਰਗਾ ਐਡਾ ਕੱਦਾਵਰ ਤਾਕਤਵਰ ਜਾਨਵਰ ਮਨੁੱਖ ਦਾ ਪਾਣੀ ਭਰਦਾ। ਇਸ ਕਰਕੇ ਸਤਿਗੁਰੂ ਕਹਿੰਦੇ ਇਸ ਧਰਤੀ ਮੈਂ ਤੇਰੀ ਸਿਕਦਾਰੀ, ਇਹ ਧਰਤੀ ਤੇ ਤੈਨੂੰ ਸਰਦਾਰੀ ਬਖਸ਼ਿਸ਼ ਕੀਤੀ ਹੈ। ਪਰ ਵਿਦਵਾਨ ਸੱਜਣ ਕਹਿੰਦੇ ਆ, ਜੇ ਇਹ ਜੰਮਿਆ ਤਾਂ ਮਨੁੱਖ ਬਣ ਕੇ ਆ ਤੇ ਕਰਤੂਤਾਂ ਦੀਆਂ ਪਸ਼ੂ ਵਾਲੀਆਂ, ਤੇ ਫਿਰ ਸਤਿਗੁਰੂ ਦੀ ਬਾਣੀ ਕਹਿੰਦੀ ਇਹਦਾ ਪਾਰ ਉਤਾਰਾ ਨਹੀਂ। ਕਰਤੂਤ ਪਸ਼ੂ ਕੀ ਮਾਨਸ ਜਾਤ, ਲੋਕ ਪਚਾਰਾ ਕਰੇ ਦਿਨ ਰਾਤ। ਕੱਲਾ ਲੋਕ ਵਿਖਾਵਾ, ਲੋਕਾਂ ਨੂੰ ਖੁਸ਼ ਕਰਨ ਵਾਸਤੇ ਦਿਨ ਰਾਤ ਤੁਰਿਆ ਫਿਰਿਆ, ਵਾਹਿਗੁਰੂ ਨੂੰ ਖੁਸ਼ ਕਰਨ ਦਾ ਯਤਨ ਹੀ ਨਾ ਕੀਤਾ। ਤੇ ਫਿਰ ਕਹਿੰਦੇ ਦੇਖਣ ਨੂੰ ਮਨੁੱਖ ਹੈ ਪਰ ਕਰਤੂਤਾਂ ਇਹਦੀਆਂ ਪਸ਼ੂਆਂ ਵਾਲੀਆਂ। ਨਿੰਦਰਾ ਭੋਜਨ ਭੋਗ ਭੈ, ਇਹ ਪਸਪੁਰਖ ਸਮਾਨ। ਪਸ਼ੂਆਂ ਅਤੇ ਪੁਰਸ਼ਾਂ ਦੇ ਵਿੱਚ ਇਹ ਸਮਾਨ ਕਹੀਏ ਬਰਾਬਰ ਲੱਛਣ ਹੈ। ਨੀਂਦ ਮਨੁੱਖ ਵੀ ਸੌਂਦਾ, ਜਾਨਵਰ ਵੀ ਸੌਂਦੇ ਆ। ਭੋਜਨ ਮਨੁੱਖ ਵੀ ਛਕਦਾ, ਜਾਨਵਰ ਵੀ ਛਕਦੇ ਆ। ਉਹ ਠੀਕ ਆ, ਉਹ ਕੱਚਾ ਛਕ ਲੈਂਦੇ ਆ, ਮਨੁੱਖ ਪੱਕਾ ਬਣਾ ਕੇ ਛਕ ਲੈਂਦਾ। ਇਸੇ ਪ੍ਰਕਾਰ ਪਦਾਰਥਾਂ ਦਾ ਭੋਗ ਭੈ, ਬੱਚੇ ਮਨੁੱਖ ਵੀ ਪੈਦਾ ਕਰਦਾ, ਜਾਨਵਰ ਵੀ ਪੈਦਾ ਕਰਦੇ ਆ। ਫਰਕ ਕੀ ਆ? ਡਰਦਾ ਮਨੁੱਖ ਵੀ ਆ ਤੇ ਜਾਨਵਰ ਵੀ ਡਰਦੇ ਆ। ਫਿਰ ਫਰਕ ਕੀ ਹੋਇਆ? ਕਹਿੰਦੇ ਇਹ ਪਸਪੁਰਖ ਸਮਾਨ, ਪਸ਼ੂਆਂ ਤੇ ਮਨੁੱਖਾਂ ਵਿੱਚ ਬਰਾਬਰ ਲੱਛਣ ਹਨ, ਸਮਾਨ ਲੱਛਣ ਹਨ। ਫਿਰ ਮਨੁੱਖਾ ਜਨਮ ਦਾ ਵਾਧਾ ਕੀ ਆ? ਵਿਸ਼ੇਸ਼ ਕਿਵੇਂ ਹੈ? ਬਾਕੀ ਜੁਨੀਆਂ ਨਾਲੋਂ ਸਰਦਾਰ ਕਿਵੇਂ ਹੈ? ਨਰਨ ਗਿਆਨ ਨਿਜ ਅਧਿਕਤਾ, ਗਿਆਨ ਬਿਨਾ ਪਸ ਜਾਨ। ਮਨੁੱਖ ਨੂੰ ਆਪਣੇ ਆਪੇ ਦੀ ਸੋਝੀ ਆ, ਆਪਣਾ ਗਿਆਨ ਇਹ ਪ੍ਰਾਪਤ ਕਰ ਸਕਦਾ ਹੈ। ਮੈਂ ਆਤਮਾ ਜਿਹੜੀ ਪਰਮਾਤਮਾ ਤੋਂ ਵਿਛੜ ਕੇ ਅਲੱਗ ਹੋਈ ਹਾਂ, ਦੁਬਾਰਾ ਉਹਦਾ ਰੂਪ ਹੋਣਾ ਹੈ। ਇਹ ਜਿਹੜਾ ਗਿਆਨ ਦਾ ਵਾਧਾ ਹੈ, ਤੇ ਜੇ ਇਹ ਗਿਆਨ ਨੂੰ ਹਾਸਲ ਨਾ ਕੀਤਾ, ਮਨੁੱਖਾ ਜਨਮ ਵੀ ਧਾਰਨ ਕੀਤਾ, ਤੇ ਰੱਬ ਦੇ ਪਿਆਰੇ ਮਹਾਂਪੁਰਖਾਂ ਦੇ ਬਚਨ ਹੈ, ਫਿਰ ਗਿਆਨ ਬਿਨਾ ਪਸ ਜਾਨ। ਗਿਆਨ ਤੋਂ ਬਿਨਾ ਮਤਾਂ ਸਮਝੀ ਮੈਂ ਮਨੁੱਖ ਹੈ, ਫਿਰ ਤਾਂ ਕਹਿੰਦੇ ਪਸ਼ੂਆਂ ਵਰਗਾ ਹੀ ਹੈ।
ਬੋਲੋ ਸਤਨਾਮ ਸ੍ਰੀ ਵਾਹਿਗੁਰੂ। ਪਸ਼ੂਆਂ ਵਿੱਚ ਤੇ ਤੇਰੇ ਵਿੱਚ ਕੋਈ ਫਰਕ ਨਹੀਂ ਹੈ। ਫਿਰ ਤਾਂ ਸਤਿਗੁਰੂ ਨੇ ਬਾਣੀ ਵਿੱਚ ਪਸ਼ੂਆਂ ਨੂੰ, ਜਾਨਵਰਾਂ ਨੂੰ, ਪੰਛੀਆਂ ਨੂੰ ਇਹ ਮਨੁੱਖ ਦੇ ਨਾਲੋਂ ਸਲਾਹ ਦਿੱਤਾ, ਉਹਨਾਂ ਦੀ ਸਿਫਤ ਸਲਾਹ ਕਰ ਦਿੱਤੀ। ਫਰੀਦਾ ਹਉ ਬਲਹਾਰੀ ਤਿੰਨ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੱਕਰ ਚੁਗਨ ਥਲ ਵਸਨ, ਰੱਬ ਨਾ ਛੋਡਣ ਪਾਸ। ਕਹਿੰਦੇ ਬਲਹਾਰ ਜਾਂਦਾ ਮੈਂ ਉਹਨਾਂ ਜਾਨਵਰਾਂ ਤੋਂ, ਉਹਨਾਂ ਪੰਛੀਆਂ ਤੋਂ ਜਿਹੜੇ ਉੱਡਣ ਵਾਲੇ ਆ, ਆਕਾਸ਼ਚਾਰੀ ਆ, ਜੰਗਲਾਂ ਵਿੱਚ ਨਿਵਾਸ ਕਰਦੇ ਆ। ਤੇਰੇ ਵਾਂਗੂ ਕੋਠੀਆਂ ਨਹੀਂ ਉਹਨਾਂ ਨੇ ਮਕਰਾਣੇ ਦਾ ਪੱਥਰ ਲਾ ਕੇ ਛੱਤੀਆਂ ਹੋਈਆਂ, ਇਟਲੀ ਤੋਂ ਮੰਗਾ ਕੇ ਪੱਥਰ ਨਹੀਂ ਲਾਇਆ ਹੋਇਆ ਕੋਠੀ ਨੂੰ। ਪਰ ਤੇਰੇ ਜਿੰਨਾ ਮਰਜ਼ੀ ਸੋਹਣਾ ਘਰ ਮੰਦਰ ਬਣਾਇਆ ਹੋਵੇ, ਉਹਦੇ ਨਾਲੋਂ ਗੁਰਬਾਣੀ ਕਹਿੰਦੀ, ਬਾਬਾ ਫਰੀਦ ਸਾਹਿਬ ਕਹਿੰਦੇ ਮੈਂ ਬਲਹਾਰ ਕੁਰਬਾਨ ਜਾਂਦਾ ਉਹਨਾਂ ਪੰਛੀਆਂ ਤੋਂ ਜਿਹੜੇ ਜੰਗਲਾਂ ਵਿੱਚ ਹੀ ਰਹਿੰਦੇ ਆ। ਹਉ ਬਲਹਾਰੀ ਤਿੰਨ ਪੰਖੀਆਂ, ਜੰਗਲ ਜਿਨ੍ਹਾਂ ਵਾਸ, ਕੱਕਰ ਚੁਗਨ, ਉਹ ਪੀਜ਼ੇ ਨਹੀਂ ਖਾਂਦੇ, ਉਹ ਬਰਗਰ ਨਹੀਂ ਖਾਂਦੇ, ਉਹ 36 ਪ੍ਰਕਾਰ ਦੇ ਭੋਜਨ ਨਹੀਂ ਖਾਂਦੇ, ਆਪਣੀ ਲਾਈਫ ਦਾ ਸਟੇਟਸ ਨਹੀਂ ਦਿਖਾਉਂਦੇ ਲੋਕਾਂ ਨੂੰ, ਪਰ ਫਿਰ ਵੀ ਉਹਨਾਂ ਤੋਂ ਕੁਰਬਾਨ ਹੈ। ਮੈਂ ਤੈਨੂੰ ਚੰਗਾ ਨਹੀਂ ਸਮਝਦਾ। ਕੱਕਰ ਚੁਗਣ, ਜੋ ਦਾਣਾ ਪਾਣੀ, ਕੱਕਰ ਰੋੜਾ ਜੋ ਮਿਲ ਜਾਂਦਾ ਉਹ ਚੁੱਕ ਕੇ ਆਪਣਾ ਗੁਜ਼ਾਰਾ ਕਰ ਲੈਂਦੇ, ਪੇਟ ਭਰ ਲੈਂਦੇ ਆ। ਥਲ ਵਸਨ, ਧਰਤੀ ਉੱਤੇ ਵਸਦੇ ਆ, ਪਰ ਰੱਬ ਨਾ ਛੋਡਣ ਪਾਸ। ਰੱਬ ਦਾ ਨਾਮ ਲੈਣਾ ਨਹੀਂ ਛੱਡਦੇ, ਰੱਬ ਦਾ ਆਸਰਾ ਨਹੀਂ ਛੱਡਦੇ। ਤੂੰ ਸਭ ਕੁਝ ਹੁੰਦਿਆਂ ਸੁੰਦਿਆਂ ਵੀ ਉਹ ਵਾਹਿਗੁਰੂ ਨੂੰ ਛੱਡ ਕੇ ਭੁੱਲਿਆ ਫਿਰਦਾ। ਸਭ ਕੁਝ ਜਾਣਦਾ ਹੋਇਆ ਵੀ ਮਨ ਜਾਣੈ ਸਭ ਬਾਤ, ਜਾਣਤ ਹੀ ਔਗਣ ਕਰੈ, ਕਾਹੇ ਕੀ ਕੁਸਲਾਤ ਹਾਥ ਦੀਪ ਕੂਏ ਪਰੈ। ਸਭ ਕੁਝ ਜਾਣਦਾ ਹੋਇਆ ਬੰਦਾ ਵੀ ਹੱਥ ਵਿੱਚ ਦੀਵਾ ਫੜ ਕੇ ਤੇ ਫਿਰ ਵੀ ਖੂਹ ਵਿੱਚ ਜਾ ਡਿੱਗੇ, ਉਹਦੀ ਕੋਈ ਸਿਆਣਪ ਵਾਲੀ ਗੱਲ ਹੈ? ਉਹਨੂੰ ਕੋਈ ਚੰਗਾ ਕਹੇਗਾ, ਉਹਨੂੰ ਸਿਆਣਾ ਕਹੇਗਾ? ਅਗਲਾ ਕਹੇਗਾ ਬੇਅਕਲ ਹੈ, ਹੱਥ ਵਿੱਚ ਦੀਵਾ ਫੜਿਆ ਸੀ, ਚਾਨਣਾ ਵੀ ਸੀ, ਬੈਟਰੀ ਟਾਰਚ ਹੱਥ ਦੇ ਵਿੱਚ ਸੀ, ਫਿਰ ਵੀ ਖੂਹ ਵਿੱਚ ਜਾ ਪਿਆ। ਸਭ ਕੁਝ ਜਾਣਦਾ ਹੋਇਆ ਮਨੁੱਖ, ਅੱਜ ਕਿਹਨੂੰ ਨਹੀਂ ਪਤਾ ਭਾਈ ਸ਼ਰਾਬ ਪੀਣੀ ਮਾੜੀ ਹੈ, ਪਰ ਪੀਂਦੇ ਆ ਲੋਕ। ਉੱਪਰ ਲਿਖਿਆ ਵੀ ਹੈ ਵੀ ਸ਼ਰਾਬ ਪੀਣੀ ਸਿਹਤ ਲਈ ਹਾਨੀਕਾਰਕ ਹੈ, ਫਿਰ ਵੀ ਪੀ ਜਾਂਦੇ ਆ। ਤੰਬਾਕੂ ਦੇ ਕੱਲੇ ਕੱਲੇ ਪਾਊਚ ਦੇ ਉੱਤੇ ਲਿਖਿਆ ਵੀ ਜਿਹੜਾ ਬੰਦਾ ਇਹਨੂੰ ਖਾਂਦਾ, ਇਹਨੂੰ ਵਰਤਦਾ, ਉਹਨੂੰ ਕੈਂਸਰ ਹੋ ਜਾਂਦਾ। ਪਰ ਰੱਬ ਨਾਲ ਮਖੌਲ ਹੀ ਕਰਦੇ ਆ ਨਾ, ਖੇਡਾਂ ਹੀ ਖੇਡਦੇ ਆ ਨਾ ਲੋਕ, ਫਿਰ ਵੀ ਉਹਨੂੰ ਖਾਈ ਪੀ ਜਾਂਦੇ ਆ। ਜਗਤ ਜੂਠ ਤੰਬਾਕੂ ਨਾ ਸੇਬ, ਰਹਿਤਨਾਮਿਆਂ ਦੇ ਬਚਨ ਹੈ। ਕਿਹਨੂੰ ਨਹੀਂ ਪਤਾ ਚੋਰੀ ਕਰਨੀ ਮਾੜੀ ਹੈ, ਕਿਸੇ ਨਾਲ ਧੋਖਾ ਕਰਨਾ ਮਾੜਾ, ਪਰ ਫਿਰ ਵੀ ਬੰਦਾ ਕਰਦਾ। ਮਿੱਠੇ ਜਾਣ ਕੇ ਕਰਦਾ ਨਾ, ਤੇ ਫਲ ਜਦੋਂ ਕੌੜਾ ਮਿਲਦਾ ਫਿਰ ਥੂ ਥੂ ਕਰਦਾ ਵੀ ਮੈਨੂੰ ਇਹ ਨਹੀਂ ਕਰਨਾ ਚਾਹੀਦਾ ਸੀ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਦੇ ਪਿਆਰੇ ਭਾਈ ਸੰਤੋਖ ਸਿੰਘ ਜੀ ਕਹਿੰਦੇ, ਸੋ ਕਿਉ ਨਾਮ ਵਿਸਾਰਿਓ, ਵਾਹਿਗੁਰੂ ਦਾ ਨਾਮ ਕਿਉਂ ਵਿਸਾਰ ਦਿੱਤਾ? ਨਿਤ ਸੰਭਾਰ ਮਤ ਧੀਰ, ਇਹ ਧੀਰਜ ਮਤੀ ਵਾਲਿਆ ਮਨੁੱਖਾ, ਉਹ ਵਾਹਿਗੁਰੂ ਦੇ ਨਾਮ ਨੂੰ ਨਿੱਤਾ ਪ੍ਰਤੀ ਸੰਭਾਲ, ਨਿੱਤਾ ਪ੍ਰਤੀ ਜਪ। ਸੋਈਆ ਨਾ ਗੁਣ ਤੇ ਪੁਨ ਸਾਗੁਣ ਤੇ। ਵਾਹਿਗੁਰੂ ਦੇ ਜਿਹੜੇ ਦੋ ਸਰੂਪ ਹੈ, ਇੱਕ ਨਿਰਗੁਣ ਸਰੂਪ ਹੈ, ਇੱਕ ਸਰਗੁਣ ਸਰੂਪ ਆ। ਜਿਹੜਾ ਆਪਾਂ ਕਹਿੰਦੇ ਆ ਵੀ ਹਰ ਜ਼ਰਰੇ ਜ਼ਰਰੇ ਦੇ ਵਿੱਚ ਵਾਹਿਗੁਰੂ ਵਸਿਆ ਹੋਇਆ ਹੈ, ਉਹ ਤਾਂ ਹੈ ਉਹਦਾ ਨਿਰਗੁਣ ਸਰੂਪ। ਔਰ ਆਪਾਂ ਸੋਹਿਲਾ ਸਾਹਿਬ ਪੜ੍ਹਦੇ ਵੀ ਕਹਿੰਦੇ ਆ, ਸਹਸ ਤਵ ਨੈਣ ਨਨ ਨੈਣ ਹੈ ਤੋਹੇ ਕਉ, ਸਹਸ ਮੂਰਤ ਨਨਾ ਏਕ ਤੋਹੀ। ਇੱਥੇ ਦੋਵੇਂ ਸਰੂਪਾਂ ਦਾ ਵਰਣਨ ਹੈ ਵੀ ਜਿਹੜਾ ਤੱਕ ਕੋਈ ਉਹਦਾ ਅੰਗ ਪ੍ਰਤੰਗ ਸਾਨੂੰ ਦਿਖਾਈ ਨਹੀਂ ਦਿੰਦਾ, ਉਦੋਂ ਤਾਂ ਹੈ ਉਹ ਨਿਰਗੁਣ ਸਰੂਪ। ਜਦੋਂ ਉਸ ਵਾਹਿਗੁਰੂ ਨੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਰੂਪ ਵਿੱਚ ਰਾਏ ਭੋਏ ਦੀ ਤਲਵੰਡੀ, ਪਿਤਾ ਮਹਿਤਾ ਕਾਲੂ ਜੀ ਦੇ ਘਰ ਮਾਤਾ ਤ੍ਰਿਪਤਾ ਜੀ ਦੇ ਰਾਹੀਂ ਅਵਤਾਰ ਧਾਰਨ ਕਰ ਲਿਆ, ਉਦੋਂ ਉਹ ਸਰਗੁਣ ਰੂਪ ਦੇ ਵਿੱਚ ਆ ਗਿਆ। ਜਦੋਂ ਤਾਂ ਕਹਿੰਦੇ ਆਪਾਂ ਉਹ ਵਾਹਿਗੁਰੂ ਦੇ ਹਜ਼ਾਰਾਂ ਹੀ ਨੇਤਰ ਹੈ, ਵੀ ਸਾਰਿਆਂ ਦੇ ਵਿੱਚ ਹੀ ਵਸਦਾ ਹੈ, ਹਜ਼ਾਰਾਂ ਲੋਕ ਤੁਰੇ ਫਿਰਦੇ ਹੈ, ਇਹਨਾਂ ਨੇਤਰਾਂ ਦੇ ਵਿੱਚ ਉਹ ਵਾਹਿਗੁਰੂ ਦੀ ਜੋਤ ਹੈ, ਤਾਂ ਉੱਥੇ ਉਹਦਾ ਸਰਗੁਣ ਰੂਪ ਹੈ। ਤੇ ਸਹਸ ਮੂਰਤ ਨਨਾ ਏਕ ਤੋਂ ਹੀ, ਤੇਰੀਆਂ ਹਜ਼ਾਰਾਂ ਹੀ ਮੂਰਤੀਆਂ ਪਰ ਤੇਰੀ ਇੱਕ ਵੀ ਮੂਰਤੀ ਨਹੀਂ, ਤੇਰੀਆਂ ਹਜ਼ਾਰਾਂ ਹੀ ਅੱਖਾਂ ਪਰ ਦੂਜੇ ਪਾਸੇ ਤੇਰੇ ਨਿਰਗੁਣ ਸਰੂਪ ਦੀ ਇੱਕ ਵੀ ਅੱਖ ਨਹੀਂ। ਸੋ ਇਸ ਪ੍ਰਕਾਰ ਇਹ ਦੋ ਸਰੂਪ ਆ ਵਾਹਿਗੁਰੂ ਦੇ, ਇੱਕ ਨਿਰਗੁਣ ਸਰੂਪ ਹੈ ਔਰ ਦੂਸਰਾ ਖਾਲਸਾ ਜੀ ਸਰਗੁਣ ਸਰੂਪ ਹੈ। ਕਵੀ ਜੀ ਕਹਿੰਦੇ ਨਾਗੁਣ ਤੇ ਪੁਨ ਸਾਗੁਣ ਤੇ, ਨਿਰਗੁਣ ਸਰੂਪ ਵਿੱਚ ਅਤੇ ਫਿਰ ਸਰਗੁਣ ਸਰੂਪ ਵਿੱਚ। ਗੁਰ ਕੇ ਮਤ ਮੈਂ ਵਡ ਨਾਮ ਪਛਾਨੋ, ਸਾਡੇ ਗੁਰੂ ਦੀ ਮਤ ਕੀ ਹੈ, ਗੁਰਮਤ ਕੀ ਹੈ, ਗੁਰੂ ਘਰ ਦੇ ਵਿੱਚ ਸਿਧਾਂਤ ਕੀ ਹੈ,
ਕਿ ਨਿਰਗੁਣ ਸਰੂਪ ਅਤੇ ਸਰਗੁਣ ਸਰੂਪ ਦੋਵਾਂ ਦੇ ਨਾਲੋਂ ਹੀ ਵਾਹਿਗੁਰੂ ਪਰਮੇਸ਼ਰ ਦਾ ਜਿਹੜਾ ਨਾਮ ਹੈ ਉਹਦੀ ਮਹਿਮਾ ਵੱਡੀ ਹੈ, ਨਾਮ ਦੀ ਮਹਾਨਤਾ ਹੈ। ਸ੍ਰੀ ਮੁਖ ਨਾਨਕ ਗੋਬਿੰਦ ਸਿੰਘ ਸ਼ੋਭਾਏਮਾਨ ਸ਼ੋਭਾਮਾਨ ਸਤਿਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਤੇ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਦਸ਼ਮੇਸ਼ ਪਿਤਾ ਜੀ। ਵੱਡੋ ਸਭ ਤੇ ਕਹਿ ਨਾਮ ਬਖਾਨੋ। ਸੋ ਦਸੇ ਪਾਤਸ਼ਾਹੀਆਂ ਨੇ ਸਭ ਤੋਂ ਵੱਡਾ ਵਾਹਿਗੁਰੂ ਦੇ ਨਾਮ ਨੂੰ ਕਹਿ ਕੇ ਵਿਖਿਆਨ ਕੀਤਾ, ਨਾਮ ਨੂੰ ਵੱਡਾ ਦੱਸਿਆ। ਪ੍ਰਭ ਕਾ ਸਿਮਰਨ ਸਭ ਤੇ ਉੱਚਾ, ਸਭ ਤੋਂ ਉੱਚਾ ਵੱਡਾ ਆਖਿਆ, ਵਡਿਆਈ ਵੱਡਾ ਪਾਇਆ, ਉਹ ਵਾਹਿਗੁਰੂ ਵੱਡਾ ਹੈ, ਉਹਦਾ ਨਾਮ ਵੱਡਾ ਹੈ। ਸੋ ਸਤਿਗੁਰ ਸੱਚੇ ਪਾਤਸ਼ਾਹ ਜੀ ਨੇ ਇਹ ਵਾਹਿਗੁਰੂ ਦੇ ਨਾਮ ਨੂੰ ਵੱਡਾ ਆਖਿਆ ਹੈ। ਵੇਦ ਪੁਰਾਣ ਗ੍ਰੰਥ ਪੜ੍ਹੈ। ਫਿਰ ਜਿੰਨੇ ਧਾਰਮਿਕ ਪੁਸਤਕ ਹੈ, ਵੇਦ ਹੈ, ਪੁਰਾਣ ਹਨ, ਹੋਰ ਧਾਰਮਿਕ ਗ੍ਰੰਥ ਹਨ, ਸਭ ਕਹਿੰਦੇ ਹਨ ਕੋਵਿਦ ਜੀ ਸਭ ਹੀ ਮਨ ਮਾਨੋ। ਜਿਹੜੇ ਕਵੀ ਲੋਕ ਕਵਿਤਾਵਾਂ ਰਚਣ ਵਾਲੇ ਤੇ ਕੋਵਿਦ ਕਹੀਏ ਬੁੱਧੀਮਾਨ ਗਿਆਨੀ ਕਥਾਵਾਚਕ ਕਥਾ ਕਰਨ ਵਾਲੇ ਵਿਦਵਾਨ ਜਿਹੜੇ ਲੋਕ ਹਨ, ਉਹ ਸਾਰੇ ਕਹਿੰਦੇ ਉਹਨਾਂ ਦਾ ਮਨ ਇਸ ਗੱਲ ਨੂੰ ਮੰਨਦਾ ਹੈ ਕਿ ਵਾਹਿਗੁਰੂ ਦਾ ਨਾਮ ਸਭ ਤੋਂ ਵੱਡਾ ਹੈ। ਰੇ ਮਨ ਮੂੜ ਸੋ ਨਾਮ ਪ੍ਰਤਾਪ ਹੈ। ਇਹ ਮੇਰੇ ਮੂਰਖ ਮਨਾ ਉਸ ਨਾਮ ਦੇ ਪ੍ਰਤਾਪ ਦੇ ਨਾਲ ਜਾਨ ਜਾਨ ਭਇਓ ਕਿਮ ਜਾਨੋ। ਕਹਿੰਦੇ ਉਹ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਹੀ ਸਾਰੇ ਪਾਸੇ ਵਰਤ ਰਿਹਾ ਹੈ, ਤੇ ਜੇ ਤੂੰ ਜਾਣ ਕੇ ਅਣਜਾਣ ਬਣਦਾ ਹੈ ਤੇ ਫਿਰ ਕਹਿੰਦੇ ਕਿਮ ਜਾਨੋ, ਕਹਿੰਦੇ ਕਿਵੇਂ ਜਾਣੀਏ ਗੱਲ ਨੂੰ ਵੀ ਤੂੰ ਜਾਣ ਬੁੱਝ ਕੇ ਅਣਜਾਣ ਕਿਉਂ ਬਣ ਰਿਹਾ ਹੈ, ਇਹਦਾ ਕਾਰਨ ਕਿਵੇਂ ਜਾਣਿਆ ਜਾਵੇ। ਸਈਆ ਨਾਗਣ ਤੇ ਇਮ ਜਾਨ ਵੱਡੋ। ਹੁਣ ਵਾਹਿਗੁਰੂ ਜੀ ਦੇ ਨਿਰਗੁਣ ਤੇ ਸਰਗੁਣ ਸਰੂਪ ਤੋਂ ਨਾਮ ਦੇ ਵੱਡੇ ਹੋਣ ਦਾ ਕਾਰਨ ਦੱਸਦੇ ਆ ਵੀ ਕਿਉਂ ਵੱਡਾ ਹੈ। ਨਿਰਗੁਣ ਤੋਂ ਕਹਿੰਦੇ ਇਸ ਤਰ੍ਹਾਂ ਕਰਕੇ ਉਹ ਵਾਹਿਗੁਰੂ ਦੇ ਨਾਮ ਨੂੰ ਵੱਡਾ ਜਾਣੋ। ਪਰਮਾਤਮ ਦੇਹਨ ਮੈਂ ਸਬਦ ਸੋ। ਕਿਉਂਕਿ ਪ੍ਰਮਾਤਮਾ ਸਾਰੀਆਂ ਦੇਹਾਂ ਦੇ ਵਿੱਚ, ਸਾਰੇ ਸਰੀਰਾਂ ਦੇ ਵਿੱਚ ਆਤਮਾ ਰੂਪ ਕਰਕੇ, ਦ੍ਰਿਸ਼ਟਾ ਰੂਪ ਕਰਕੇ ਵਰਤ ਰਿਹਾ ਹੈ। ਚੇਤਨ ਕੇ ਅਵਲੰਬਤ ਵੈ। ਔਰ ਉਹ ਚੇਤਨ ਸਰੂਪ ਹੈ ਜਿਹੜਾ ਵਾਹਿਗੁਰੂ ਦਾ, ਜਿੰਨੇ ਸਾਰੇ ਜੀਵ ਆ ਸਾਧ ਸੰਗਤ ਜੀ ਉਹ ਚੇਤਨ ਦੇ ਆਸਰੇ ਹੋ ਕੇ ਸੁਸ਼ੋਭਿਤ ਹੋ ਰਹੇ ਹਨ। ਨਰ ਨਾਰ ਵਿਰਾਜਤ ਜੰਗਮ ਜੋ। ਨਰ ਕੋਈ ਮਰਦ ਹੈ, ਨਾਰੀ ਇਸਤਰੀ ਹੈ, ਔਰ ਇਸ ਤਰ੍ਹਾਂ ਜੰਗਾਂ ਦੇ ਉੱਤੇ, ਲੱਤਾਂ ਦੇ ਉੱਤੇ ਚੱਲਣ ਵਾਲੇ। ਸੋ ਕਿਸੇ ਵੀ ਪ੍ਰਕਾਰ ਦੇ ਜਿਹੜੇ ਜੀਵ ਹੈ, ਇਹਨਾਂ ਸਾਰਿਆਂ ਦੇ ਹਿਰਦੇ ਵਿੱਚ ਨਿਰਗੁਣ ਚੇਤਨ ਦੇ ਹੁੰਦਿਆਂ ਸੁੰਦਿਆਂ ਸਾਧ ਸੰਗਤ ਜੀ ਉਹ ਵਾਹਿਗੁਰੂ ਪਰਮੇਸ਼ਰ ਦਾ ਆਸਰਾ ਹੈ। ਉਹ ਵਾਹਿਗੁਰੂ ਪਰਮੇਸ਼ਰ ਦੇ ਆਸਰੇ ਸਾਰੇ ਸ਼ੋਭ ਰਹੇ ਹਨ। ਉਹ ਵਾਹਿਗੁਰੂ ਜਿਹੜਾ ਸਾਰਿਆਂ ਦੇ ਹਿਰਦਿਆਂ ਵਿੱਚ ਵਸਦਾ ਹੈ, ਉਹਦੇ ਹੁੰਦਿਆਂ ਨਰ ਜੀਵ ਦੁਖੀ ਪਵ ਮੈਂ ਸਭ ਕੋ। ਪਰ ਫਿਰ ਵੀ ਉਹ ਵਾਹਿਗੁਰੂ ਹੈ ਤਾਂ ਸਾਰਿਆਂ ਵਿੱਚ ਹੈ ਭਾਵੇਂ, ਤੇ ਫਿਰ ਜਿਹੜੇ ਮਨੁੱਖ ਹੈ, ਸਾਰੇ ਜੀਵ ਹੈ, ਉਹ ਦੁਖੀ ਹੋ ਰਹੇ ਹਨ। ਨਾਮ ਜਪੈ ਜਪ ਹੀ ਸੁਖ ਸਾਗਰ। ਜਦੋਂ ਕੋਈ ਮਨੁੱਖ ਨਾਮ ਜਪਦਾ ਹੈ ਤੇ ਸਾਧ ਸੰਗਤ ਜੀ ਉਸ ਵੇਲੇ ਜਿਹੜਾ ਸੁੱਖਾਂ ਦਾ ਸਾਗਰ, ਸੁੱਖਾਂ ਦਾ ਸਮੁੰਦਰ ਵਾਹਿਗੁਰੂ ਹੈ। ਚੇਤਨ ਚੀਤ ਅਦੋਤ ਸੋ। ਤੇ ਉਦੋਂ ਫਿਰ ਚੇਤਨ ਚਿੱਤ ਦੇ ਵਿੱਚ ਪ੍ਰਗਟ ਹੋ ਕੇ ਚੰਗੀ ਤਰ੍ਹਾਂ ਹੀ ਸਾਧ ਸੰਗਤ ਉਹ ਸੁੱਖਾਂ ਦਾ ਦਾਤਾ ਬਣਦਾ, ਸੁੱਖ ਬਖਸ਼ਿਸ਼ ਕਰਦਾ ਹੈ। ਸੋਈਆ ਸੰਗੁਣ ਤੇ ਵਦ ਜਾਣਤ ਹੈ। ਤੇ ਸਰਗੁਣ ਸਰੂਪ, ਪਹਿਲਾਂ ਨਿਰਗੁਣ ਤੋਂ ਦੱਸਿਆ ਵੀ ਨਿਰਗੁਣ ਸਰੂਪ ਤੋਂ ਨਾਮ ਵੱਡਾ ਕਿਵੇਂ ਹੈ, ਹੁਣ ਸਰਗੁਣ ਤੋਂ ਦੱਸਦੇ ਆ। ਸਰਗੁਣ ਸਰੂਪ ਤੋਂ ਵੱਧ ਕਹਿੰਦੇ ਉਹਨੂੰ ਤਾਂ ਇਸ ਤਰ੍ਹਾਂ ਕਰਕੇ ਉਹਦੀ ਵੱਡੀ ਮਹਿਮਾ ਜਾਣਦੇ ਹਨ। ਜੇ ਰਸ ਜਾਪ ਮੈਂ ਲੀਨ ਵਿਸ਼ਾਲਾ। ਕਿਉਂਕਿ ਵਾਹਿਗੁਰੂ ਦੇ ਨਾਮ ਦਾ ਜਿਹੜਾ ਜਾਪ ਹੈ, ਜਦੋਂ ਕੋਈ ਸਿਮਰਨ ਕਰਦਾ ਉਹਦੇ ਵਿੱਚ ਜਿਹੜਾ ਬਹੁਤ ਵੱਡਾ ਰਸ, ਵਿਸ਼ਾਲ ਰਸ ਪੈਦਾ ਹੁੰਦਾ ਹੈ, ਪ੍ਰਾਪਤ ਹੁੰਦਾ ਹੈ। ਪ੍ਰੇਮ ਸੋ ਨਾਮ ਵਸਿਓ ਜਬ ਹੀ। ਜਦੋਂ ਪ੍ਰੇਮ ਦੇ ਨਾਲ ਜਪਦਿਆਂ ਜਪਦਿਆਂ ਉਹ ਵਾਹਿਗੁਰੂ ਦਾ ਨਾਮ ਹਿਰਦੇ ਵਿੱਚ ਵਸ ਜਾਂਦਾ ਹੈ ਗੋਚਰ ਹੋਤ ਸਰੂਪ ਕਿਰਪਾਲਾ। ਤੇ ਉਹ ਵਾਹਿਗੁਰੂ ਦਾ ਨਾਮ ਜਪਣ ਤੋਂ ਬਾਅਦ ਹੀ ਉਹ ਸਰਗੁਣ ਸਰੂਪ, ਉਹਦਾ ਚਿੱਤਰ ਸਰੂਪ, ਉਹਦੀ ਮੂਰਤੀ ਦੇ, ਉਹਦੇ ਸਰੂਪ ਦੇ ਦਰਸ਼ਨ ਹੁੰਦੇ ਆ। ਉਹ ਗੋਚਰ ਹੁੰਦਾ, ਸਾਹਮਣੇ ਪ੍ਰਤੱਖ ਹੁੰਦਾ ਹੈ ਵਾਹਿਗੁਰੂ। ਯਾਹੀ ਤੇ ਨਾਮ ਅਧੀਨ ਸਰੂਪ। ਇਸ ਕਰਕੇ ਕਹਿੰਦੇ ਨਾਮ ਦੇ ਅਧੀਨ ਹੈ ਵਾਹਿਗੁਰੂ ਦਾ ਸਰੂਪ, ਵਾਹਿਗੁਰੂ ਦੀ ਮੂਰਤੀ। ਲਗਿਓ ਭਗਤਨ ਭਲੀ ਮਤ ਸ਼ਾਲਾ। ਔਰ ਭਲੀ ਮਤ ਦੇ ਨਾਲ
ਭਲੀ ਬੁੱਧੀ ਰੂਪੀ ਘਰ ਦੇ ਵਿੱਚ ਕਹਿੰਦੇ ਭਗਤਾਂ ਨੇ ਇਸ ਗੱਲ ਨੂੰ ਜਾਣ ਲਿਆ ਹੈ। ਧਾਰਨ ਦੇ ਤਜਬੋ ਨਾ ਕਰੈ। ਇਸ ਕਰਕੇ ਉਹ ਕਹਿੰਦੇ ਹਿਰਦੇ ਵਿੱਚ ਧਾਰਨ ਕਰਦੇ ਆ ਵਾਹਿਗੁਰੂ ਦੇ ਨਾਮ ਨੂੰ, ਤਜਬੋ ਨਾ ਕਰੇ, ਛੱਡਦੇ ਨਹੀਂ ਹਨ ਉਸ ਨੂੰ। ਜਿਸ ਬਾਸੁਰ ਜੀ ਮੈਂ ਜਯੋ ਗਲ ਮਾਲਾ। ਨਿਸ ਬਾਸਰ ਦਿਨ ਰਾਤ ਜੀਵ ਦੇ ਉੱਤੇ ਉਹਨਾਂ ਦੇ ਵਾਹਿਗੁਰੂ ਦਾ ਨਾਮ ਚੱਲਦਾ ਜਿਉਂ ਗਲ ਮਾਲਾ। ਜਿਵੇਂ ਗਲੇ ਵਿੱਚ ਮਾਲਾ ਪਹਿਨੀ ਹੋਵੇ ਤੇ ਉਹ ਪਾਸੇ ਨਹੀਂ ਜਾਂਦੀ ਨਾ, ਗਲ ਵਿੱਚ ਹੀ ਰਹਿੰਦੀ ਆ। ਇਸ ਤਰ੍ਹਾਂ ਕਹਿੰਦੇ ਉਹਨਾਂ ਦੀ ਜੇਬਾ ਦੇ ਉੱਤੇ, ਉਹਨਾਂ ਦੀ ਰਸਨਾ ਉੱਤੇ ਵਾਹਿਗੁਰੂ ਦਾ ਨਾਮ, ਉਹਦਾ ਸਿਮਰਨ ਹਮੇਸ਼ਾ ਜਾਰੀ ਰਹਿੰਦਾ, ਦਿਨ ਰਾਤ ਵਸਦਾ ਹੈ, ਧਾਰਨ ਕਰਕੇ ਰੱਖਦੇ ਹਨ। ਚਉਪਈ ਨਿਜ ਦੇ ਅਦਕ ਹੇਤ ਸ੍ਰੀ ਰਾਮੂ। ਆਪਣੇ ਨਾਮ ਦੇ ਨਾਲੋਂ, ਆਪਣੇ ਸਰਗੁਣ ਸਰੂਪ ਦੇ ਨਾਲੋਂ ਕਹਿੰਦੇ ਭਗਵਾਨ ਸ਼੍ਰੀ ਰਾਮਚੰਦਰ ਜੀ ਨੇ ਵੀ ਇਹ ਨਾਮ ਨੂੰ ਜਿਹੜਾ ਵੱਡਾ ਜਾਣਿਆ ਹੈ। ਜਗੈ ਰਖਾਇਓ ਲਿਖ ਕਰ ਨਾਮੂ। ਔਰ ਸਾਰੇ ਸੰਸਾਰ ਨੂੰ ਇਹ ਜਣਾ ਦਿੱਤਾ ਹੈ, ਸਾਰੇ ਸੰਸਾਰ ਨੂੰ ਦੱਸ ਦਿੱਤਾ ਲਿਖ ਕੇ ਵਾਹਿਗੁਰੂ ਦਾ ਨਾਮ ਕਿ ਮੇਰੇ ਤੋਂ ਵੱਡਾ ਮੇਰਾ ਨਾਮ ਹੈ। ਸਰਵਰ ਪਰ ਗਿਰਵਰ ਧਰ ਪਾਰੀ। ਹੁਣ ਦੱਸਦੇ ਆ, ਇਸ਼ਾਰਾ ਕਰਦੇ ਆ ਵੀ ਕਦੋਂ ਦੱਸਿਆ। ਕਹਿੰਦੇ ਜਦੋਂ ਸਰਵਰ ਪਰ ਗਿਰਵਰ ਧਰ ਭਾਰੇ, ਜਦੋਂ ਰਾਵਣ ਦੇ ਉੱਤੇ ਲੰਕਾ ਵਿੱਚ ਹਮਲਾ ਕਰਨ ਵਾਸਤੇ ਜਾਣਾ ਸੀ ਨਾ, ਤੇ ਹਨੂਮਾਨ ਵਰਗੇ ਸ਼ਕਤੀਸ਼ਾਲੀ ਯੋਧੇ ਸਾਨੂੰ ਤਾਂ ਕੁੱਦ ਕੇ ਹੀ ਛਾਲਾਂ ਮਾਰ ਮਾਰ ਕੇ ਪਹੁੰਚ ਜਾਂਦੇ ਸੀ। ਲੰਕਾ ਵਿੱਚ ਪਹੁੰਚ ਗਿਆ ਸੀ, ਪਹਿਲਾਂ ਵੀ ਭਗਵਾਨ ਰਾਮਚੰਦਰ ਨਾਲੋਂ 2 ਵਾਰੀ ਜਾ ਕੇ ਆਇਆ। ਔਰ ਇਹ ਭਗਤਾਂ ਨੂੰ ਸਤਿਗੁਰੂ ਨੇ, ਵਾਹਿਗੁਰੂ ਨੇ, ਪਰਮੇਸ਼ਰ ਨੇ ਵਡਿਆਈ ਵੀ ਦਿੱਤੀ ਹੈ ਕਿ ਆਪ ਜਦੋਂ ਗਏ ਹੈ ਤਾਂ ਉਹ ਪੁਲ ਬੰਨ੍ਹ ਕੇ ਗਏ ਹੈ, ਤੇ ਭਗਤ ਜਿਹੜਾ ਉਹ ਪਹਿਲਾਂ ਛਾਲਾਂ ਮਾਰ ਕੇ ਅਸ਼ੋਕ ਵਾਟਕਾ ਵਿੱਚ ਪਹੁੰਚ ਗਿਆ ਸੀ। ਵਿਦਵਾਨਾਂ ਦਾ ਐਸਾ ਵੀ ਬਚਨ ਮੈਨੂੰ ਹੁਣ ਚੇਤੇ ਆ ਗਿਆ, ਤਾਂ ਹੀ ਨਾਲ ਦੀ ਨਾਲ ਸੁਣਾ ਦਿੱਤਾ। ਹਰ ਜੀ ਤੇ ਹਰ ਜਨ ਵੱਡੇ, ਯਹੀ ਨੇਤ ਭਗਵਾਨ, ਰਾਮ ਗਇਓ ਪੁਲ ਬਾਂਧ ਕੈ, ਕੂਦ ਪਰੇ ਹਨੂਮਾਨ। ਰਾਮ ਜੀ ਪੁਲ ਬੰਨ੍ਹ ਕੇ ਗਏ ਹੈ ਤੇ ਹਨੂਮਾਨ ਕੁੱਦ ਕੇ ਚਲਿਆ ਗਿਆ। ਇੱਥੇ ਦੱਸਦੇ ਆ, ਕਹਿੰਦੇ ਸਰਵਰ ਪਰ ਗਿਰਵਰ ਧਰ ਭਾਰੇ। ਜਦੋਂ ਕਹਿੰਦੇ ਉਹ ਸਮੁੰਦਰ ਦੇ ਉੱਤੇ, ਸਰਵਰ ਸ਼ੰਭ ਵੱਡਾ ਤਲਾਬ ਜਾਂ ਸਰੋਵਰ ਦਾ ਇੱਥੇ ਵਾਚਕ ਹੈ, ਸਰੋਵਰ ਦੇ ਉੱਤੇ, ਸਮੁੰਦਰ ਦੇ ਉੱਤੇ ਜਦੋਂ ਕਹਿੰਦੇ ਵੱਡੇ ਭਾਰੀ ਭਾਰੀ ਪੱਥਰ ਭਗਵਾਨ ਰਾਮਚੰਦਰ ਜੀ ਨੇ ਟਿਕਾਏ ਹਨ। ਤਰਵਰ ਕੇ ਪਤਨ ਸਮਤਾਰੀ। ਤਰਵਰ ਨਾਮ ਹੈ ਦਰਖਤ ਦਾ, ਜਿਵੇਂ ਦਰਖਤ ਦੇ ਪੱਤੇ ਤਰਦੇ ਹੁੰਦੇ ਆ ਨਾ ਪਾਣੀ ਦੇ ਉੱਤੇ, ਇਉਂ ਕਹਿੰਦੇ ਸ਼੍ਰੀ ਰਾਮਚੰਦਰ ਜੀ ਭਗਵਾਨ ਨੇ ਆਪਣਾ ਨਾਮ ਲਿਖ ਕੇ ਉਹਨਾਂ ਪੱਥਰਾਂ ਦੇ ਉੱਤੇ, ਉਹਨਾਂ ਨੂੰ ਜਿਹੜਾ ਸਮੁੰਦਰ ਦਾ ਪਾਣੀ ਸੀ ਉਹਦੇ ਉੱਤੇ ਤਾਰਿਆ, ਪੁਲ ਬੰਨ੍ਹ ਦਿੱਤਾ, ਪਾਣੀ ਦੇ ਉੱਤੇ ਉੱਤੇ ਰਹੇ। ਸੋ ਨੀਲ ਨਾਲ ਜਿਹੜੇ ਸੀ ਸਾਧ ਸੰਗਤ ਜੀ ਇਹ ਚੁੱਕ ਚੁੱਕ ਕੇ ਨਾ ਰਿਖੀਆਂ ਮੁਨੀਆਂ ਦੇ ਜਿਹੜੇ ਠਾਕੁਰਾਂ ਦੀ ਉਹ ਪੂਜਾ ਕਰਦੇ ਸੀ, ਪਾਣੀ ਵਿੱਚ ਸੁੱਟ ਦਿੰਦੇ ਸੀ। ਰਿਖੀਆਂ ਮੁਨੀਆਂ ਨੇ ਇਹਨਾਂ ਨੂੰ ਸ਼ਰਾਪ ਦਿੱਤਾ ਹੋਇਆ ਸੀ, ਕਹਿੰਦੇ ਵੀ ਤੁਸੀਂ ਪੱਥਰਾਂ ਨੂੰ ਪਾਣੀ ਵਿੱਚ ਠਾਕਰਾਂ ਨੂੰ ਸੁੱਟਦੇ ਤਾਂ ਹਾਂ, ਪਰ ਕਹਿੰਦੇ ਅਸੀਂ ਸ਼ਰਾਪ ਦਿੰਦੇ ਹਾਂ ਵੀ ਤੁਹਾਡੇ ਸੁੱਟੇ ਹੋਏ ਪੱਥਰ ਆ ਨਾ ਜਿਹੜੇ, ਇਹ ਪਾਣੀ ਵਿੱਚ ਡੁੱਬਣ ਨਾ, ਉੱਤੇ ਹੀ ਤਰਦੇ ਰਹਿਣ। ਇਹਨਾਂ ਦੇ ਇਸ ਸ਼ਰਾਪ ਨੂੰ ਭਗਵਾਨ ਰਾਮਚੰਦਰ ਜੀ ਨੇ ਇਸ ਸ਼ੁਭ ਕਾਰਜ ਵਾਸਤੇ ਵਰਤ ਲਿਆ ਫਿਰ, ਕਿਉਂਕਿ ਜਦੋਂ ਕੋਈ ਹੋਰ ਰੱਖਦਾ ਸੀ ਪਾਣੀ ਦੇ ਉੱਤੇ ਪੱਥਰ, ਉਹ ਨਾਲ ਦੀ ਨਾਲ ਡੁੱਬ ਜਾਂਦਾ ਸੀ। ਫਿਰ ਇੱਕ ਤਕਨੀਕ ਵਰਤੀ ਕਿ ਇਹਨਾਂ ਪੱਥਰਾਂ ਦੇ ਉੱਤੇ ਰਾਮ ਲਿਖ ਕੇ ਨਾ, ਫਿਰ ਜਦੋਂ ਨੀਲ ਨਲ ਨੇ, ਇਹਨਾਂ ਨੂੰ ਤਾਂ ਸ਼ਰਾਪ ਮਿਲਿਆ ਸੀ ਵੀ ਤੁਸੀਂ ਪੱਥਰ ਪਾਣੀ ਵਿੱਚ ਰੱਖੋਗੇ ਤਾਂ ਡੁੱਬੇਗਾ ਨਹੀਂ, ਤੇ ਦੂਜਾ ਵਾਹਿਗੁਰੂ ਦੇ ਨਾਮ ਦੇ ਨਾਲ, ਰਾਮ ਦੇ ਨਾਮ ਦੇ ਨਾਲ ਵੀ ਉਹ ਡੁੱਬਦੇ ਨਹੀਂ ਸਨ। ਇੱਕ ਪੱਥਰ ਦੇ ਉੱਤੇ, ਪਰ ਉਹ ਡੁੱਬਦੇ ਤਾਂ ਨਹੀਂ ਸੀ, ਪਰ ਅਲੱਗ-ਅਲੱਗ ਹੋ ਜਾਂਦੇ ਸੀ, ਲੰਘਣ ਦਾ ਪੁਲ ਨਹੀਂ ਸੀ ਬਣਦਾ। ਫਿਰ ਤਕਨੀਕ ਕੀ ਵਰਤੀ, ਕਿਉਂਕਿ ਪਹਿਲਾਂ ਇਕੱਠਾ ਹੀ ਰਾਮ ਲਿਖਦੇ ਸੀ ਇੱਕੋ ਪੱਥਰ ਦੇ ਉੱਤੇ, ਉਹ ਜਿੱਥੇ ਖੜਾ ਰਹਿੰਦਾ, ਦੂਜਾ ਉਹ ਤੋਂ ਦੂਰ ਜਾ ਕੇ ਖੜ ਜਾਂਦਾ। ਫਿਰ ਤਕਨੀਕ ਇਹ ਵਰਤੀ ਵੀ ਇੱਕ ਤੇ ਰਾਰੇ ਨੂੰ ਕੰਨਾ ਲਿਖਤਾ, ਦੂਜੇ ਤੇ ਮੰਮਾ ਲਿਖਤਾ, ਉਹ ਦੋਵੇਂ ਆ ਕੇ ਜੁੜ ਜਾਂਦੇ ਸੀ ਆਪਸ ਵਿੱਚ, ਇਉਂ ਲੜੀ ਜੋੜਦੇ ਗਏ, ਪੁਲ ਬੰਨ੍ਹ ਲਿਆ। ਸੋ ਭਗਵਾਨ ਰਾਮਚੰਦਰ ਜੀ ਨੇ ਕਹਿੰਦੇ ਸਨਾਤਨ ਮਤ ਦੇ ਵਿੱਚ ਕਹਿੰਦੇ ਇਹ ਦੱਸਿਆ ਵੀ ਮੇਰੇ ਨਾਲੋਂ ਮੈਂ ਸਰਗੁਣ ਸਰੂਪ ਧਾਰਨ ਕਰਕੇ ਆਇਆ ਵਿਸ਼ਨੂੰ ਭਗਵਾਨ ਜੀ ਦਾ, ਪਰ ਜਿਹੜਾ ਮੇਰਾ ਨਾਮ ਹੈ ਉਹ ਮੇਰੇ ਤੋਂ ਮਹਾਨ ਕਿਵੇਂ ਹੈ, ਕਿਉਂਕਿ ਆਪ ਪੱਥਰ ਰੱਖਦੇ ਸੀ ਡੁੱਬਦਾ ਸੀ, ਪਰ ਜਦੋਂ ਰਾਮ ਦਾ ਨਾਮ ਲਿਖ ਕੇ ਉਹ ਪੱਥਰ ਰੱਖੇ ਤੇ ਉਹ ਡੁੱਬੇ ਨਹੀਂ, ਇਉਂ ਤਰਦੇ ਰਹੇ ਜਿਵੇਂ ਦਰਖਤਾਂ ਦੇ ਪੱਤੇ ਤਰਦੇ ਹੁੰਦੇ ਹਨ। ਸ੍ਰੀ ਗੁਰੂ ਅਰਜਨ ਗਤਦਾਈ। ਫਿਰ ਕਹਿੰਦੇ ਸਤਿਗੁਰੂ ਅਰਜੁਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਹੜੇ ਗਤਦਾਈ
ਮੁਕਤੀ ਬਖਸ਼ਣ ਵਾਲੇ ਮੁਕਤੀ ਦਾਤੇ ਹਨ। ਜਿਤ ਤੇ ਮਹਿਮਾ ਅਦਕ ਲਖਾਈ। ਉਹਨਾਂ ਨੇ ਵੀ ਆਪਣੇ ਸਰੀਰ ਦੇ ਨਾਲੋਂ, ਹਾਲਾਂਕਿ ਵਾਹਿਗੁਰੂ ਦਾ ਸਰਗੁਣ ਸਰੂਪ ਹਨ, ਭੱਟ ਕਹਿੰਦੇ ਹਨ ਭਨ ਮਥੁਰਾ ਕਛ ਭੇਦ ਨਹੀਂ, ਗੁਰ ਅਰਜੁਨ ਪ੍ਰਤੱਖ ਹਰ। ਪ੍ਰਤੱਖ ਹਰੀ ਦਾ ਸਰੂਪ ਧਾਰਨ ਕਰਕੇ ਗੁਰੂ ਅਰਜਨ ਦੇਵ ਦੇ ਰੂਪ ਵਿੱਚ ਆਏ ਹੈ। ਪਰ ਕਹਿੰਦੇ ਉਹਨਾਂ ਨੇ ਵੀ ਆਪਣੇ ਸਰੂਪ ਦੇ ਨਾਲੋਂ, ਆਪਣੇ ਸਰੀਰ ਦੇ ਨਾਲੋਂ ਇਹ ਨਾਮ ਦੀ ਮਹਿਮਾ, ਬਾਣੀ ਦੀ ਮਹਿਮਾ, ਗੁਰਬਾਣੀ ਦੀ ਮਹਿਮਾ ਬਹੁਤੀ ਲਿਖਾਈ, ਬਹੁਤੀ ਜਣਾਈ ਹੈ। ਸ੍ਰੀ ਸੋ ਗ੍ਰੰਥ ਮੈਂ ਲਿਖ ਦਸ ਨਾਮੂ। ਔਰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਵਿੱਚ ਉਸ ਵਾਹਿਗੁਰੂ ਦੇ ਨਾਮ ਦਾ, ਜਿੱਥੇ ਉਹਨਾਂ ਨੇ ਜਸ ਲਿਖਿਆ ਹੋਇਆ, ਜਿੱਥੇ ਵਾਹਿਗੁਰੂ ਦਾ ਨਾਮ ਲਿਖਿਆ ਹੈ, ਸੁੱਖਾਂ ਦੇ ਧਾਮ, ਸੁੱਖਾਂ ਦੇ ਘਰ ਸਤਿਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਤਿਹ ਤੇ ਅਦੋ ਭਏ। ਅਦੋ ਨਾਮ ਹੈ ਹੌਲੇ ਦਾ, ਛੋਟੇ ਦਾ। ਕਹਿੰਦੇ ਆਪਣੇ ਆਪ ਨੂੰ ਛੋਟਾ ਜਣਾਇਆ ਉਹਦੇ ਨਾਲੋਂ। ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਸ੍ਰੇਸ਼ਟ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਨਾਮ ਦਾ ਜਸ ਲਿਖ ਕੇ ਸੁੱਖਾਂ ਦਾ ਘਰ ਹੁੰਦਿਆਂ ਹੋਇਆਂ ਵੀ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਤੋਂ ਆਪਣੇ ਆਪ ਨੂੰ ਗੁਰਬਾਣੀ ਤੋਂ ਛੋਟੇ ਆਖਿਆ। ਜਿਸ ਵੇਲੇ ਪਹਿਲਾ ਪ੍ਰਕਾਸ਼ ਸ੍ਰੀ ਹਰਿਮੰਦਰ ਸਾਹਿਬ ਵਿਖੇ ਹੁੰਦਾ, ਬਾਬਾ ਬੁੱਢਾ ਸਾਹਿਬ ਜੀ ਨੂੰ ਗ੍ਰੰਥੀ ਥਾਪ ਕੇ ਹੁਕਮ ਕੀਤਾ ਕਿ ਉੱਚੀ ਆਵਾਜ਼ ਦੇ ਵਿੱਚ ਹੁਕਮਨਾਮਾ ਲਓ, ਇਸ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਪ੍ਰਕਾਸ਼ ਕਰੋ, ਸਾਰਾ ਪੰਥ ਇਹ ਆਵਾਜ਼ ਸੁਣੇ, ਸਾਰੀ ਸੰਗਤ ਆਵਾਜ਼ ਸੁਣੇ। ਤੇ ਸਾਧ ਸੰਗਤ ਜੀ ਉਸ ਵੇਲੇ ਜਦੋਂ ਸ਼ਾਮ ਦਾ ਸਮਾਂ ਹੋਇਆ, ਸੁਖ ਆਸਣ ਕਰ ਦਿੱਤਾ ਗਿਆ ਪੋਥੀ ਸਾਹਿਬ ਦਾ, ਪੋਥੀ ਪਰਮੇਸ਼ਰ ਕਾ ਥਾਨ। ਕਹਿੰਦੇ ਮਹਾਰਾਜ ਹੁਣ ਸੁਖ ਆਸਣ ਕਿੱਥੇ ਕਰਨਾ ਹੈ? ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਕੋਠਾ ਸਾਹਿਬ ਵਿੱਚ। ਉੱਥੇ ਤਾਂ ਮਹਾਰਾਜ ਆਪ ਜੀ ਦਾ ਪਲੰਘਾ, ਆਪ ਜੀ ਬਿਰਾਜਮਾਨ ਹੁੰਦੇ ਹੋ। ਸਤਿਗੁਰੂ ਕਹਿੰਦੇ ਨਹੀਂ, ਹੁਣ ਅਸੀਂ ਪਲੰਘੇ ਉੱਪਰ ਬਿਰਾਜਮਾਨ ਨਹੀਂ ਹੋਵਾਂਗੇ, ਉੱਥੇ ਇਹ ਗੁਰੂ ਕੀ ਬਾਣੀ ਸ਼ੁਭਾਇਮਾਨ ਹੋਵੇਗੀ। ਅਸੀਂ ਉਸ ਪਲੰਘੇ ਦੇ ਹੇਠਾਂ ਇੱਕ ਚਾਦਰ ਵਿਛਾ ਕੇ ਉਹਦੇ ਉੱਤੇ ਆਰਾਮ ਕਰਿਆ ਕਰਾਂਗੇ। ਅੱਜ ਵੀ ਜਦੋਂ ਸਾਧ ਸੰਗਤ ਜੀ ਆਪਾਂ ਸ੍ਰੀ ਅਕਾਲ ਤਖਤ ਸਾਹਿਬ ਦੇ ਉੱਤੇ ਜਾਂਦੇ ਹਾਂ, ਕੋਠਾ ਸਾਹਿਬ ਦਰਸ਼ਨ ਕਰਦੇ ਹਾਂ, ਤੇ ਧਿਆਨ ਦੇ ਨਾਲ ਦਰਸ਼ਨ ਕਰਿਓ। ਸਤਿਗੁਰੂ ਸਾਹਿਬ ਜੀ ਦੇ ਪਲੰਘਾ ਸਾਹਿਬ ਦੇ ਹੇਠਾਂ ਇੱਕ ਚਿੱਟੇ ਰੰਗ ਦੀ ਚਾਦਰ ਵਿਛਾਈ ਹੁੰਦੀ ਹੈ। ਇਸ ਗੱਲ ਦੀ ਲਖਾਇਕ ਹੈ ਕਿ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਆਪਣੇ ਤੋਂ ਵੱਡਾ, ਆਪਣੇ ਤੋਂ ਉੱਚਾ ਗੁਰਬਾਣੀ ਨੂੰ ਮੰਨਦੇ ਸਨ। ਸ੍ਰੀ ਗੁਰ ਕੇਰ ਸਰੀਰ ਜਉ ਸਭ ਥਾਨ ਸਮੈ ਸਭਨਾ ਦਰਸੈ ਹੈ। ਸਤਿਗੁਰੂ ਸੱਚੇ ਪਾਤਸ਼ਾਹ ਜੀ ਕਹਿੰਦੇ ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ, ਇਹ ਗੁਰੂ ਦਾ ਸਰੀਰ ਹੈ, ਸਭ ਜਗ੍ਹਾ ਤੇ, ਸਭ ਥਾਵਾਂ ਦੇ ਉੱਤੇ ਦਰਸ਼ਨ ਦੇਵੇਗਾ। ਪੂਜੋ ਚੰਦਨ ਕੇਸਰ ਕੋ ਕਸ ਧੂਪ ਤੁਖਾਇ ਕੈ ਫੂਲ ਚੜ੍ਹਾਇ ਹੈ, ਮੇਰੇ ਸਰੂਪ ਤੇ ਜਾਤੇ ਹੈ ਦੀਰਘ ਸਾਹਿਬ ਜਾਨ ਅਦਾਇਬ ਕਹਿ ਹੈ। ਮੇਰੇ ਸਰੂਪ ਨਾਲੋਂ ਇਹਨੂੰ ਵੱਡਾ ਕਰਕੇ ਜਾਣਨਾ ਗੁਰੂ ਗ੍ਰੰਥ ਸਾਹਿਬ ਨੂੰ। ਸਾਹਿਬ ਜਾਨ ਅਦਾਇਬ ਕਹਿ ਹੈ, ਇਹਨੂੰ ਮਾਲਕ ਜਾਣ ਕੇ, ਰੱਬੀ ਬਾਣੀ ਜਾਣ ਕੇ, ਅਕਾਲ ਪੁਰਖ ਦਾ ਸਰੂਪ ਜਾਣ ਕੇ ਅਦਬ ਸਤਿਕਾਰ ਕਰਨਾ ਹੈ। ਆਪਣੇ ਆਪ ਨੂੰ ਗੁਰੂ ਅਰਜਨ ਦੇਵ ਮਹਾਰਾਜ ਨੇ ਛੋਟਾ ਜਾਣਿਆ, ਗੁਰਬਾਣੀ ਨੂੰ ਕਿੰਨਾ ਸਤਿਕਾਰ ਦਿੱਤਾ, ਉੱਚੀ ਜਗ੍ਹਾ ਦੇ ਉੱਤੇ ਸਥਾਪਨ ਕੀਤਾ, ਇੰਨਾ ਮਾਣ ਸਤਿਕਾਰ ਕੀਤਾ। ਪਰ ਅੱਜ ਸਾਧ ਸੰਗਤ ਜੀ ਜਿਹੜੀ ਮਨਮਤ ਅਸੀਂ ਕਰ ਰਹੇ ਹਾਂ, ਉਧਰ ਵੀ ਧਿਆਨ ਦੇਣ ਦੀ ਲੋੜ ਹੈ। ਅਕਾਲ ਪੁਰਖ ਵਾਹਿਗੁਰੂ ਦਾ ਪ੍ਰਤੱਖ ਸਰੂਪ ਗੁਰੂ ਅਰਜਨ ਦੇਵ ਮਹਾਰਾਜ, ਉਹ ਗੁਰਬਾਣੀ ਦਾ ਸਤਿਕਾਰ ਕਿਵੇਂ ਕਰਦੇ ਹੈ? ਗੁਰਬਾਣੀ ਨੂੰ ਉੱਚੀ ਜਗ੍ਹਾ ਬਿਰਾਜਮਾਨ ਕਰਕੇ ਆਪ ਹੇਠਾਂ ਸੰਗਤ ਵਿੱਚ ਫਰਸ਼ ਦੇ ਉੱਤੇ ਬਹਿੰਦੇ ਆ, ਚਾਦਰ ਦੇ ਉੱਤੇ ਬਹਿੰਦੇ ਆ। ਪਰ ਅੱਜ ਦੇ ਸਿੱਖ ਦੇਸ਼ਾਂ ਵਿਦੇਸ਼ਾਂ ਵਿੱਚ ਇੰਨੀ ਮਨਮਤ ਫੈਲ ਗਈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਪ੍ਰਕਾਸ਼ ਹੁੰਦਾ ਤੇ ਸਾਹਮਣੇ ਕੁਰਸੀਆਂ ਲਾ ਕੇ ਬਹਿੰਦੇ। ਆਪਣੇ ਵੀ ਆ ਸਾਹਮਣੇ ਲਾਈਆਂ ਹੋਈਆਂ। ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਵੇ ਤੇ ਸਾਹਮਣੇ ਕੁਰਸੀਆਂ ਲਾਈਆਂ ਜਾਣ, ਇਹ ਮਨਮਤ ਹੈ, ਗੁਰੂ ਕਾ ਨਿਰਾਦਰ ਹੈ। ਠੀਕ ਹੈ, ਕਿਸੇ ਦਾ ਸਰੀਰ ਠੀਕ ਨਹੀਂ ਹੋਵੇਗਾ, ਉਹ ਧਰਤੀ ਉੱਤੇ ਨਹੀਂ ਬੈਠ ਸਕਦਾ, ਪਰ ਕੀ ਇਹ ਜ਼ਰੂਰੀ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਹੀ ਕੁਰਸੀਆਂ ਲਾਈਆਂ ਜਾਣ? ਆਵਾਜ਼ ਤਾਂ ਦੂਰ ਵੀ ਸੁਣਦੀ ਆ, ਉੱਲੇ ਵੀ ਸੁਣ ਸਕਦੀ ਆ, ਉਧਰ ਲਾ ਦਿਓ। ਜ਼ਰੂਰੀ ਤਾਂ ਨਹੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਹੀ ਸ਼ਰੀਕ ਬਣ ਕੇ ਬਹਿਣਾ। ਤੇ ਨਾਲੇ ਗੁਰਮੁਖ ਪਿਆਰੋ, ਘਰ ਤੋਂ ਅਸੀਂ ਵਧੀਆ ਚੰਗੀ ਤਰ੍ਹਾਂ ਆ ਸਕਦੇ ਹਾਂ। ਹੋਰ ਜਗ੍ਹਾ ਕਿਸੇ ਪਖੰਡੀ ਦੇ ਜਾਣਾ ਹੋਵੇ ਨਾ, ਉੱਥੇ ਦਰੀਆਂ ਤੇ ਹੀ ਬੈਠੇ ਹੁੰਦੇ ਆ ਸਾਰੇ। ਤੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਆ ਕੇ ਪਤਾ ਨਹੀਂ ਕਿਉਂ ਸਾਡੇ ਹੱਡ ਗੋਡੇ ਦੁਖਣ ਲੱਗ ਪੈਂਦੇ ਆ, ਲੱਕ ਕੰਮ ਨਹੀਂ ਕਰਦਾ।
ਕਮਰ ਦਰਦ ਹੁੰਦਾ, ਕੁਰਸੀ ਤੇ ਬਹਿਣਾ ਜ਼ਰੂਰੀ ਹੈ ਜੀ। ਔਰ ਬਜ਼ੁਰਗਾਂ ਦੀ ਤਾਂ ਗੱਲ ਛੱਡੋ, ਆ ਪਰਸੋਂ ਚੌਥੇ ਸ਼ਾਇਦ ਕਈ ਦਿਨਾਂ ਦੀ ਗੱਲ ਹੈ, 5 ਦਿਨਾਂ ਦੀ ਗੱਲ ਹੈ, ਉਦੋਂ ਇੱਕ ਚੰਗੀ ਭਲੀ ਨੌਜਵਾਨ ਬੀਬੀ, ਰਿਸ਼ਟ ਪੁਸ਼ਟ ਨੌਜਵਾਨ ਬੀਬੀ, ਉਹ ਵੀ ਆ ਕੁਰਸੀ ਦੇ ਉੱਤੇ ਸਾਹਮਣੇ ਆ ਕੇ ਬੈਠੀ, ਤੇ ਮੇਰਾ ਧਿਆਨ ਸੀ ਕਥਾ ਕਰਦੇ ਦਾ, ਤੇ ਆਪਣੇ ਭਾਈ ਸਾਹਿਬ ਜਿਹੜੇ ਅਰਦਾਸੀਏ ਸਿੰਘ ਆ, ਤੇ ਉਹ ਗਏ ਭੱਜ ਕੇ। ਫਿਰ ਉਹਨਾਂ ਨੇ ਆਖਿਆ, ਕਹਿੰਦੇ ਜੀ ਇਹ ਬਜ਼ੁਰਗਾਂ ਵਾਸਤੇ ਜਾਂ ਡਿਸੇਬਲ ਜਿਹੜੇ ਪਰਸਨ ਹੈ, ਅੰਗਹੀਣ ਹੈ, ਜਿਹੜੇ ਨਹੀਂ ਬੈਠ ਸਕਦੇ ਥੱਲੇ, ਉਹਨਾਂ ਵਾਸਤੇ ਇਹ ਸੋਚ ਕੇ ਪ੍ਰਬੰਧਕਾਂ ਨੇ ਲਾਈਆਂ, ਇਹ ਸਾਰਿਆਂ ਦੇ ਬੈਠਣ ਵਾਸਤੇ ਨਹੀਂ, ਹੇਠਾਂ ਬਹਿ ਕੇ ਪ੍ਰਸ਼ਾਦ ਛਕੋ, ਹੇਠਾਂ ਬੈਠ ਕੇ ਗੁਰੂ ਕੀ ਬਾਣੀ ਕਥਾ ਕੀਰਤਨ ਸੁਣੋ। ਬੇਨਤੀ ਕਰਕੇ ਉਹਨਾਂ ਨੂੰ ਥੱਲੇ ਬਿਠਾਇਆ। ਪਰ ਇਹਦੇ ਵਿੱਚ ਲੋਕਾਂ ਦਾ ਵੀ ਕੀ ਕਸੂਰ ਹੈ, ਜੇ ਲੱਗੀਆਂ ਤਾਂ ਹੀ ਬਹਿੰਦੇ ਆ ਕੇ। ਹੁਣ ਜਿਹੜੇ ਕਹਿੰਦੇ ਆ ਵੀ ਅਸੀਂ ਹੇਠਾਂ ਬਹਿ ਨਹੀਂ ਸਕਦੇ, ਇੱਥੇ ਕੁਰਸੀ ਲੱਗਣੀ ਜ਼ਰੂਰੀ ਹੈ ਗੁਰੂ ਗ੍ਰੰਥ ਸਾਹਿਬ ਦੇ ਸਾਹਮਣੇ, ਇਸ ਤਾਂ ਕੁਰਸੀ ਤੇ ਹੀ ਬੈਠਣਾ ਆ। ਇਹਨਾਂ ਨੂੰ ਜਦੋਂ ਕਦੇ ਕੋਈ ਲੈ ਜਾਣ ਨਾ ਥਾਣੇ ਥੂਣੇ ਵਾਲੇ ਫੜ ਕੇ, ਫਿਰ ਉਹ ਜਿੱਥੇ ਮਰਜ਼ੀ ਬਿਠਾ ਦੇਣ ਉੱਥੇ ਹੀ ਬੈਠਣਗੇ। ਪਤਾ ਵੀ ਡੰਡਾ ਖੜਕਣਾ, ਜੇ ਅਸੀਂ ਮਨਾ ਕੀਤਾ ਵੀ ਐ ਨਹੀਂ ਬੈਠ ਸਕਦੇ, ਅਸੀਂ ਇੱਥੇ ਨਹੀਂ ਬੈਠਣਾ। ਉਹਨਾਂ ਨੇ ਕੁਰਸੀ ਥੋੜ੍ਹੀ ਲਾਈ ਹੁੰਦੀ ਹੈ ਕਿਤੇ, ਉਹ ਜਿੱਥੇ ਕਹਿ ਦੇਣ ਬਹਿ ਜਾ ਟੇਕ ਕੇ, ਉੱਥੇ ਹੀ ਬਹਿ ਜਾਂਦੇ ਆ। ਫੇਰ ਨਹੀਂ ਕਿਸੇ ਦੇ ਹੱਡ ਗੋਡੇ ਦੁਖਦੇ ਆ। ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਾਹਮਣੇ ਆ ਕੇ ਪਤਾ ਨਹੀਂ ਕਿਉਂ ਇਹ ਦੇਸ਼ਾਂ ਵਿਦੇਸ਼ਾਂ ਵਿੱਚ ਸਾਰੇ ਜਗ੍ਹਾ ਹੀ ਮਨਮਤ ਫੈਲਦੀ ਜਾ ਰਹੀ ਹੈ। ਸੋ ਸੁਚੇਤ ਹੋਣ ਦੀ ਲੋੜ ਹੈ, ਇਹ ਮਨਮਤ ਨੂੰ ਦੂਰ ਕਰਨ ਦੀ ਅਤੀ ਜ਼ਰੂਰਤ ਹੈ। ਅਸੀਂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਆਪਾਂ ਕਹਿੰਦੇ ਜੀ ਫਲਾਣੀ ਜਗ੍ਹਾ ਬੇਅਦਬੀ ਹੋ ਗਈ, ਉੱਥੇ ਬੇਅਦਬੀ ਹੋ ਗਈ, ਕੀ ਆਪਾਂ ਖੁਦ ਨਹੀਂ ਕਰ ਰਹੇ? ਇਹ ਗੁਰੂ ਸਾਹਿਬ ਦਾ ਨਰਾਦਰ ਅਸੀਂ ਖੁਦ ਕਰ ਰਹੇ ਹਾਂ, ਖੁਦ ਪ੍ਰਬੰਧ ਕਰਕੇ। ਇਸ ਕਰਕੇ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਕੁਰਸੀਆਂ ਲਾ ਕੇ ਬੈਠਣਾ, ਉੱਚੇ ਹੋ ਕੇ ਬੈਠਣਾ, ਆ ਗੁਰੂ ਅਰਜਨ ਦੇਵ ਮਹਾਰਾਜ ਦੇ ਜੀਵਨ ਤੋਂ ਹੀ ਸੇਧ ਲੈ ਲਓ। ਸਤਿਗੁਰੂ ਕਹਿੰਦੇ ਮੇਰੇ ਸਰੂਪ ਤੇ ਯਾ ਤੇ ਹੈ ਦੀਰਘ, ਸਾਹਿਬ ਜਾਨ ਅਦਾਇਬ ਕਹਿ ਹੈ। ਮਾਲਕ ਜਾਣ ਕੇ, ਪਰਮੇਸ਼ਰ ਵਾਹਿਗੁਰੂ ਦਾ ਰੂਪ ਜਾਣ ਕੇ ਇਹਦਾ ਅਦਬ ਸਤਿਕਾਰ ਕਰੋ। ਇਸ ਕਰਕੇ ਕਦੇ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਕੁਰਸੀ ਢਾ ਕੇ, ਮੰਜਾ ਢਾ ਕੇ ਉੱਚੀ ਜਗ੍ਹਾ ਬੈਠਣਾ ਇਹ ਨਰਾਦਰ ਹੈ, ਬੇਅਦਬੀ ਹੈ। ਬੇਅਦਬੀ ਦੇ ਦੋਸ਼ੀ ਨਾ ਬਣੀਏ, ਭਾਗੀ ਨਾ ਬਣੀਏ ਬੇਅਦਬੀ ਦੇ। ਕੁਰਸੀਆਂ ਲਾਉਣੀਆਂ ਤਾਂ ਕਿਸੇ ਸਾਈਡ ਤੇ ਲਾ ਦਿਓ, ਆਵਾਜ਼ ਉੱਥੋਂ ਤੱਕ ਵੀ ਸੁਣਦੀ ਆ, ਉੱਥੋਂ ਤੱਕ ਵੀ ਆਵਾਜ਼ ਸੁਣਦੀ ਹੁੰਦੀ ਆ, ਉੱਥੇ ਬਹਿ ਕੇ ਸੁਣ ਸਕਦੇ ਆ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜੀ ਦੀ ਮਹਿਮਾ ਲਿਖਦੇ ਹੋਏ ਭਾਈ ਸਾਹਿਬ ਕਹਿ ਰਹੇ ਆ, ਕਹਿੰਦੇ ਸੋ ਸ੍ਰੀ ਸੋ ਗ੍ਰੰਥ ਮੈਂ ਲਖ ਜਿਸ ਨਾਮ ਲਿਖ ਜਿਸ ਜਸ ਨਾਮੂ, ਤਿਹ ਤੇ ਅਦੋ ਭਏ ਸੁਖ ਧਾਮੂ। ਸਤਿਗੁਰ ਸੱਚੇ ਪਾਤਸ਼ਾਹ ਨੇ ਆਪਣੇ ਆਪ ਨੂੰ ਅਦੋ ਨੀਵੇਂ ਜਾਣਿਆ ਹੈ ਗੁਰਬਾਣੀ ਤੋਂ। ਆਵਸ਼ਟ ਸਮਰੱਥ ਪ੍ਰਭ, ਅਸੀਂ ਤਾਂ ਕੁਝ ਵੀ ਨਹੀਂ ਗੁਰਬਾਣੀ ਦੇ ਸਾਹਮਣੇ, ਗੁਰੂ ਦੇ ਸਾਹਮਣੇ ਆਪਾਂ ਕੀ ਆ? ਸਾਡੀ ਕੀ ਪਾਇਆ, ਕੀ ਹਸਤੀ ਹੈ? ਕਵੀ ਜੀ ਕਹਿੰਦੇ ਆਪ ਅਛਤ, ਅਛਤ ਨਾਮ ਹੈ ਹੁੰਦਿਆਂ ਸੁੰਦਿਆਂ ਦਾ। ਗੁਰਬਾਣੀ ਵਿੱਚ ਵੀ ਆਉਂਦਾ ਨਾ, ਅਛਤ ਰਾਜ ਵਿਛਰੁਤ ਦੁਖ ਪਾਇਆ, ਸੋਗਤ ਭਈ ਹਮਾਰੀ। ਰਾਜ ਦੇ ਹੁੰਦਿਆਂ ਸੁੰਦਿਆਂ ਕਹਿੰਦੇ ਆਪ ਅਛਤ ਸਮਰੱਥ ਪ੍ਰਭ, ਦਈ ਵਡਾਈ ਨਾਮ। ਆਪ ਪ੍ਰਭੂ ਦਾ ਸਰੂਪ ਹੁੰਦਿਆਂ, ਆਪ ਸਰਬ ਕਲਾ ਸਮਰੱਥ ਹੁੰਦਿਆਂ ਸੁੰਦਿਆਂ ਵੀ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਨੇ ਨਾਮ ਨੂੰ ਆਪਣੇ ਤੋਂ ਵੱਡੀ ਵਡਿਆਈ ਦਿੱਤੀ ਹੈ। ਅਪਰ ਤਰਕ ਕੋ ਕਰ ਸਕੈ। ਫਿਰ ਕਹਿੰਦੇ ਹੋਰ ਕੌਣ ਤਰਕ ਕਰ ਸਕਦਾ ਹੈ? ਆਪਾਂ ਕੀ ਦਲੀਲ ਦੇ ਸਕਦੇ ਹਾਂ ਇਹਦੇ ਸਾਹਮਣੇ ਵੀ ਅਸੀਂ ਉੱਚੇ ਬਹਿ ਜਾਈਏ, ਅਸੀਂ ਵਾਹਿਗੁਰੂ ਤੋਂ ਵੱਡੇ ਹਾਂ, ਅਸੀਂ ਵਾਹਿਗੁਰੂ ਦੇ ਬਰਾਬਰ ਬੈਠ ਸਕਦੇ ਹਾਂ ਗੁਰਬਾਣੀ ਦੇ? ਕਹਿੰਦੇ ਅਪਰ ਤਰਕ ਕੋ ਕਰ ਸਕੈ। ਕਿਹੜਾ? ਕਹਿੰਦੇ ਜਿਹੜਾ ਇਸ ਦਲੀਲ ਨੂੰ ਕੱਟ ਸਕੇ, ਕੋਈ ਤਰਕ ਮਾਰ ਸਕੇ। ਸਭ ਮਨ ਹੈ ਗੁਣ ਧਾਮ। ਸੋ ਸਾਰੇ ਹੀ ਕਹਿੰਦੇ ਮੰਨਦੇ ਆ ਜਦੋਂ ਗੁਣ ਧਾਮ, ਗੁਣਾਂ ਦੇ ਘਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਇਹ ਹੁਕਮ ਕੀਤਾ, ਇਸ ਕਰਕੇ ਸਾਰਿਆਂ ਦੇ ਮੰਨਣੇ ਯੋਗ ਹੈ। ਔਰ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ, ਉਹਨਾਂ ਨੇ ਵੀ ਕਹਿੰਦੇ ਸਾਰਿਆਂ ਨੂੰ ਇਹ ਹੁਕਮ ਕਰ ਦਿੱਤਾ ਵੀ ਕੋਈ ਤਰਕ ਨਹੀਂ, ਸਭ ਸਿੱਖਨ ਕੋ ਹੁਕਮ ਹੈ, ਗੁਰੂ ਮਾਨਿਓ ਗ੍ਰੰਥ। ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਦੇਹ। ਗੁਰੂ ਗ੍ਰੰਥ ਸਾਹਿਬ ਨੂੰ ਪ੍ਰਗਟ ਗੁਰੂ ਦੀ ਦੇਹ ਕਰਕੇ ਮੰਨਣਾ, ਕਿਤਾਬ ਨਹੀਂ ਮੰਨਣਾ ਵੀ ਸਾਹਮਣੇ ਕਿਤਾਬ ਖੋਲੀ ਤੇ ਭਾਈ ਜੀ ਪੜ੍ਹ ਰਹੇ ਆ। ਇਹ ਗੁਰੂ ਗ੍ਰੰਥ ਸਾਹਿਬ ਮਹਾਰਾਜ ਹਾਜ਼ਰ ਨਾਜ਼ਰ ਗੁਰੂ ਹੈ। ਇਉਂ ਕਹਿੰਦੇ ਜਾਣ ਕੇ ਇਹਨਾਂ ਦਾ ਮਾਨ ਸਨਮਾਨ ਕਰਨਾ ਹੈ। ਸਭ ਮਨ ਹੈ ਗੁਣ ਧਾਮ। ਇਸ ਕਰਕੇ ਜਿੰਨੇ ਵੀ ਗੁਣੀ ਗਿਆਨੀ ਲੋਕ ਹੈ ਸਾਰੇ ਇਸ ਅਸੂਲ ਨੂੰ ਮੰਨਦੇ ਹਨ। ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ। ਹੁਣ ਅੱਗੇ ਵਾਹਿਗੁਰੂ ਦੇ ਨਾਮ ਦੀ ਵਿਸ਼ੇਸ਼ਤਾ ਜਿਵੇਂ ਕਵੀ ਜੀ ਦੱਸਣਗੇ, ਕਿਉਂਕਿ ਸਮਾਂ ਸਮਾਪਤੀ ਦਾ ਹੋ ਚੁੱਕਿਆ ਹੈ। ਇਸ ਕਰਕੇ ਮੰਨਤਾ ਸੀ ਕਿ ਅੱਜ ਮੰਗਲਾ ਚਰਨਾਂ ਦੀ ਕਥਾ ਸਾਰਿਆਂ ਦੀ ਸਮਾਪਤ ਹੋ ਜਾਂਦੀ, ਕੱਲ੍ਹ ਤੋਂ ਗੁਰ ਇਤਿਹਾਸ ਆਰੰਭ ਹੋ ਜਾਂਦਾ।
ਪਰ ਵਾਹਿਗੁਰੂ ਦੀ ਜਿਵੇਂ ਮੌਜ ਹੈ, ਜਿਵੇਂ ਉਹ ਵਿਚਾਰ ਬਖਸ਼ਿਸ਼ ਕਰਦਾ, ਸੋ ਉਸ ਤਰ੍ਹਾਂ ਹੀ ਵਿਚਾਰ ਕੀਤੀ ਹੈ। ਕੱਲ ਨੂੰ ਆਪਾਂ ਵਾਹਿਗੁਰੂ ਨਾਮ ਦੀ ਵਿਸ਼ੇਸ਼ਤਾ, ਵਾਹਿਗੁਰੂ ਨਾਮ ਕਿਹੜੇ ਕਿਹੜੇ ਅੱਖਰਾਂ ਤੋਂ ਮਿਲ ਕੇ ਬਣਿਆ, ਇਹਨੂੰ ਜਪਣ ਦੇ ਨਾਲ ਕੀ ਪ੍ਰਾਪਤੀ ਹੁੰਦੀ ਹੈ, ਕੀ ਇਸ ਦਾ ਮਹਾਤਮ ਹੈ, ਇਹ ਕੱਲ ਦੇ ਦੀਵਾਨ ਵਿੱਚ ਰਲ ਮਿਲ ਕੇ ਸਰਵਣ ਕਰਾਂਗੇ। ਕਥਾ ਵਿਚਾਰਾਂ ਦੌਰਾਨ ਹੋਈਆਂ ਬੇਅੰਤ ਭੁੱਲਾਂ ਦੀ ਆਪ ਸਮੂਹ ਸੰਗਤਾਂ ਨੇ ਖਿਮਾ ਬਖਸ਼ਿਸ਼ ਕਰਨੀ। ਗਰੀਬ ਨਵਾਜ਼ ਸੱਚੇ ਪਾਤਸ਼ਾਹ ਕਿਰਪਾ ਕਰਨ, ਸਮਤ ਬਖਸ਼ਿਸ਼ ਕਰਨ। ਆਓ ਸਮਾਪਤੀ ਦੀਆਂ ਤੁਕਾਂ ਪੜ੍ਹ ਕੇ ਫਿਰ ਆਪਾਂ ਅਰਦਾਸ ਬੇਨਤੀ ਦੇ ਵਿੱਚ ਹਾਜ਼ਰੀ ਲਵਾਈਏ ਜੀ। ਆਪ ਅਚਤ ਸੁਮਰਤ ਪ੍ਰਭ ਦਈ ਵਡਾਈ ਨਾਮ, ਆਪਰ ਤਰਕ ਕੋ ਕਰ ਸਕੈ, ਸਭ ਮਾਨੈ ਗੁਣ ਧਾਮ।